ਜੇ ਭਾਰਤ ਵਿੱਚ ਕਿਸਾਨ ਅੰਦੋਲਨ ਚੱਲਦੇ ਨੂੰ 100 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਤਾਂ ਕੈਨੇਡਾ ਵਿੱਚ ਵੀ ਹੁਣ 100 ਦਿਨ ਤੋਂ ਵੱਧ ਹੋ ਗਿਆ ਜਦੋਂ ਇਸ ਕਿਸਾਨ ਅੰਦੋਲਨ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਨੇ, ਰੈਲੀਆਂ ਹੋ ਰਹੀਆਂ ਨੇ ਤੇ ਅੱਜ ਇੱਕ ਵਾਰੀ ਫੇਰ ਸਰੀ ਦੇ ਵਿੱਚ ਇੱਕ ਟਰੈਕਟਰ ਤੇ ਕਾਰ ਰੈਲੀ ਜਿਹੜੀ ਉਹ ਇਕੱਠੀ ਕੀਤੀ ਜਾ ਰਹੀ ਆ। ਸੋ ਇੱਥੇ ਇੱਕ ਨਵਾਂ ਸਿਲਸਿਲਾ ਸ਼ੁਰੂ ਹੋਇਆ ਮੈਟਰੋ ਵੈਨਕੂਵਰ ਦੇ ਵਿੱਚ ਕਿ ਮਹਾ ਪੰਚਾਇਤਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਸੋ ਵੱਖ-ਵੱਖ ਜਿਹੜੇ ਇੱਥੇ ਸ਼ਹਿਰ ਆ, ਜਿਹੜੇ ਉਹਨਾਂ ਦੇ ਸਿਟੀ ਹਾਲ ਆ, ਜਿਹੜੇ ਉੱਥੇ ਅਫੀਸ਼ੀਅਲ ਦੇ ਦਫ਼ਤਰ ਆ, ਉੱਥੇ ਜਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਉੱਥੇ 200 ਖਾਲੀ ਜੁੱਤੀਆਂ ਜਾ ਕੇ ਰੱਖੀਆਂ ਜਾ ਰਹੀਆਂ ਉਹਨਾਂ ਲੋਕਾਂ ਦੀ ਯਾਦ ਵਿੱਚ ਜਿਹੜੇ ਲੋਕ ਇਸ ਅੰਦੋਲਨ 'ਚ ਸ਼ਹੀਦ ਹੋ ਗਏ ਆ, ਕਿਉਂਕਿ 200 ਤੋਂ ਵੱਧ ਜਿਹੜੇ ਲੋਕ ਇਸ ਅੰਦੋਲਨ ਵਿੱਚ ਹੁਣ ਤੱਕ ਆਪਣੀ ਜਾਨ ਦੇ ਚੁੱਕੇ ਆ। ਤੇ ਅੱਜ ਸਰੀ ਦੀ ਬੀਅਰ ਕ੍ਰੀਕ ਪਾਰਕ ਦੇ ਵਿੱਚੋਂ ਜਿਹੜੀ ਇੱਕ ਟਰੈਕਟਰ ਰੈਲੀ ਨਾਲ ਕਾਰ ਰੈਲੀ ਜਿਹੜੀ ਨਿਕਲ ਕੇ ਸਰੀ ਦੇ ਸਿਟੀ ਹਾਲ ਤੱਕ ਜਿਹੜੀ ਆ ਪਹੁੰਚੂਗੀ। ਉੱਥੇ ਜਾ ਕੇ ਫਿਰ ਇੱਕ ਉਸੇ ਤਰ੍ਹਾਂ ਦਾ ਸਮਾਗਮ ਜਿਹੜਾ ਕੀਤਾ ਜਾਵੇਗਾ ਤੇ ਉਹਦੇ ਨਾਲ ਅੱਜ ਕੁਝ ਅਹਿਮ ਐਲਾਨ ਵੀ ਜਿਹੜੇ ਇੱਥੇ ਪੰਜਾਬ ਦੇ ਕਿਸਾਨਾਂ ਲਈ, ਭਾਰਤ ਦੇ ਕਿਸਾਨਾਂ ਲਈ, ਕਿਉਂਕਿ ਅੱਗੇ ਵਾਢੀਆਂ ਆਉਣ ਵਾਲੀਆਂ ਨੇ ਔਰ ਬਹੁਤ ਸਾਰੇ ਲੋਕਾਂ ਦੀ ਜਾਨ ਚਲ ਗਈ ਆ, ਉਹਨਾਂ ਦੀ ਮਦਦ ਲਈ ਹੋਰ ਵੀ ਜਿਹੜੇ ਐਲਾਨ ਨੇ ਉਹ ਕੀਤੇ ਜਾ ਸਕਦੇ ਆ। ਸੋ ਇਹ ਰੈਲੀ ਜਿਹੜੀ ਹੁਣ ਇੱਥੋਂ ਤਕਰੀਬਨ ਨਿਕਲਣ ਲਈ ਤਿਆਰ ਹੈ ਤੇ ਅਸੀਂ ਇਸ ਰੈਲੀ ਦੇ ਨਾਲ ਚੱਲਾਂਗੇ ਤੇ ਸਿਟੀ ਹਾਲ ਤੱਕ ਪਹੁੰਚਾਂਗੇ ਤੇ ਉੱਥੇ ਜਾ ਕੇ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਦਿਖਾਵਾਂਗੇ ਇਸ ਰੈਲੀ ਦੀਆਂ ਜਿਹੜੀਆਂ ਵੱਖ-ਵੱਖ ਤਸਵੀਰਾਂ। ਸੋ ਜੁੜੇ ਰਹੋ ਟੀਵੀ ਪੰਜਾਬ ਦੇ ਨਾਲ। ਸੋ ਇਸ ਵਕਤ ਅਸੀਂ ਖੜੇ ਹਾਂ ਸਰੀ ਸਿਟੀ ਹਾਲ ਦੇ ਬਾਹਰ, ਜਿੱਥੇ ਟਰੈਕਟਰ ਰੈਲੀ ਜਿਹੜੀ ਪਹੁੰਚ ਚੁੱਕੀ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ। ਇਸ ਵਕਤ ਇੱਕ ਕਤਾਰ ਦੇ ਵਿੱਚ ਜਿਹੜੀਆਂ ਇਹ ਟਰੈਕਟਰ ਇੱਥੇ ਖੜੇ ਹੋਏ ਆ, ਕਾਰਾਂ ਪਿੱਛੇ ਪਾਰਕਿੰਗ ਖੜੀਆਂ ਕੀਤੀਆਂ ਗਈਆਂ ਨੇ ਔਰ ਇੱਥੇ ਦੂਜੇ ਪਾਸੇ ਜੇਕਰ ਅਸੀਂ ਦੇਖੀਏ ਤਾਂ ਲੋਕ ਇੱਥੇ ਹੋਏ ਇਸ ਵਕਤ ਆਪਣੇ ਵਿਚਾਰ ਜਿਹੜੇ ਆ ਪੇਸ਼ ਕਰ ਰਹੇ ਆ। 200 ਤੋਂ ਵੱਧ ਜਿਹੜੇ ਜੁੱਤੀਆਂ ਦੇ ਖਾਲੀ ਜੋੜੇ ਉਹ ਇੱਥੇ ਰੱਖੇ ਗਏ ਆ ਔਰ ਉਹਨਾਂ ਲੋਕਾਂ ਦੀ ਯਾਦ ਵਿੱਚ ਜੋ ਕਿਸਾਨ ਅੰਦੋਲਨ ਦੇ ਦੌਰਾਨ ਜਿਹੜੇ ਆ ਆਪਣੀਆਂ ਜਾਨਾਂ ਕੁਰਬਾਨ ਕਰ ਗਏ, ਜੋ ਸ਼ਹੀਦ ਹੋ ਗਏ ਆ, ਉਹਨਾਂ ਦੀ ਯਾਦ ਵਿੱਚ ਜਿਹੜਾ ਇੱਥੇ 200 ਜਿਹੜੇ ਜੁੱਤੀਆਂ ਦੇ ਜੋੜੇ ਰੱਖੇ ਗਏ ਆ। ਤੇ ਲਗਾਤਾਰ ਜਿਹੜੇ ਆ ਸਿਰਫ ਸਰੀ ਨਹੀਂ, ਹੋਰ ਵੀ ਜਿਹੜੇ ਇੱਥੇ ਲਾਗੇ ਸ਼ਹਿਰ ਆ ਉੱਥੇ ਸਿਟੀ ਹਾਲ ਜਿਹੜੇ ਆ ਉੱਥੇ ਇਹ ਲੋਕ ਵਾਰ-ਵਾਰ ਜਾ ਰਹੇ ਆ। ਇਹ ਸਿਲਸਿਲਾ ਬਰਨਬੀ ਤੋਂ ਸ਼ੁਰੂ ਹੋਇਆ ਸੀ, ਫਿਰ ਉਸ ਤੋਂ ਬਾਅਦ ਐਪਸਫੋਰਡ ਤੇ ਹੁਣ ਸਰੀ, ਤੇ ਇਸ ਤੋਂ ਅੱਗੇ ਹੋਰ ਵੀ ਜਿਹੜੇ ਇੱਥੇ ਸ਼ਹਿਰ ਆ ਉੱਥੇ ਜਾਣਗੇ। ਇਸੇ ਤਰੀਕੇ ਨਾਲ ਜਿਹੜੀਆਂ 200 ਖਾਲੀ ਜੁੱਤੀਆਂ ਉੱਥੇ ਰੱਖੀਆਂ ਜਾਣਗੀਆਂ ਤੇ ਉੱਥੇ ਜਾ ਕੇ ਜਿਹੜੀ ਇਹ ਗੱਲ ਕਿਸਾਨੀ ਦੀ ਕੀਤੀ ਜਾਊਗੀ। ਔਰ ਅੱਜ ਵੀ ਇੱਥੇ ਲਗਾਤਾਰ ਜਿਹੜੇ ਆ ਹੁਣ ਕਿਸਾਨੀ ਬਾਰੇ ਗੱਲ ਹੋ ਰਹੀ ਆ, ਸਟੇਜ ਤੇ ਜਾ ਕੇ ਲੋਕ ਆਪਣੇ ਵਿਚਾਰ ਪੇਸ਼ ਕਰ ਰਹੇ ਆ। ਇਸੇ ਦੌਰਾਨ ਅਸੀਂ ਵੀ ਜਿਹੜੀ ਆ ਗੱਲਬਾਤ ਕਰਾਂਗੇ ਇਹਨਾਂ ਲੋਕਾਂ ਨਾਲ ਕਿ ਇਸ ਵਕਤ ਜਦੋਂ 100 ਦਿਨ ਹੋ ਚੁੱਕੇ ਨੇ ਤਾਂ ਇਹਨਾਂ 100 ਦਿਨਾਂ ਵਿੱਚ ਅੰਦੋਲਨ ਜਿਹੜਾ ਉਹਨੂੰ ਕਿਸ ਤਰੀਕੇ ਨਾਲ ਇੱਥੇ ਕਿੱਥੇ ਪਹੁੰਚਿਆ ਹੋਇਆ, ਕਿੱਥੇ ਦੇਖਦੇ ਆ ਤੇ ਇਹਨਾਂ ਦੇ ਇਸ ਵਕਤ ਕੀ ਵਿਚਾਰ ਆ ਤੇ ਅੱਗੇ ਕੀ ਆਸਾਂ ਉਮੀਦਾਂ ਨੇ ਤੇ ਕਿਸ ਤਰੀਕੇ ਨਾਲ ਇੱਥੇ ਜਿਹੜੀ ਮੁਹਿੰਮ ਲਗਾਤਾਰ ਚੱਲ ਰਹੀ ਆ ਉਹਦੇ ਸੰਬੰਧੀ ਵੀ ਜਿਹੜੀ ਗੱਲਬਾਤ ਆਪਾਂ ਕਰਾਂਗੇ। ਕਾਲੇ ਕਾਨੂੰਨ ਰੱਦ ਕਰੋ। ਸੋ ਹੁਣ ਸਾਡੇ ਨਾਲ ਨੇ ਪ੍ਰਭਲੀਨ, ਜੋ ਕਿ ਇਹ ਜਿਹੜੀ ਕੰਪੇਨ ਚੱਲ ਰਹੀ ਹੈ, ਜਿਹੜੇ ਵੱਖ-ਵੱਖ ਸਿਟੀ ਹਾਲ ਜਿਹੜੇ ਸ਼ਹਿਰਾਂ ਜਾ ਕੇ ਜਿਹੜੀ ਇਹ ਕੰਪੇਨ ਚੱਲ ਰਹੀ ਹੈ ਉਹਦੇ ਬਾਰੇ ਵੀ ਦੱਸਣਗੇ, ਕਿਉਂਕਿ ਨਾਲ ਇਹ ਆਰਗੇਨਾਈਜ਼ ਵੀ ਕਰ ਰਹੇ ਨੇ। ਸੋ ਨੌਜਵਾਨ ਕੀ ਸੋਚਦਾ ਇੱਥੇ ਦਾ ਉਹਦੀ ਗੱਲ ਵੀ ਕਰਦੇ ਆ। ਸੋ ਸਭ ਤੋਂ ਪਹਿਲਾਂ ਜਿਹੜੀ ਇਹ ਕੰਪੇਨ ਚੱਲਦੀ ਆ, ਆਪਾਂ ਜੁੱਤੀਆਂ 200 ਰੱਖਦੇ ਆ, ਇਹਦੇ ਬਾਰੇ ਦੱਸ ਦਿਓ ਕਿ ਕਿੱਦਾਂ ਆਰਗੇਨਾਈਜ਼ ਹੋ ਰਹੀ ਹੈ। ਸੋ ਇਹ ਕੈਂਪੇਨ ਦਾ ਨਾਮ ਹੈ ਬਾਸਮੋਰ ਪ੍ਰੋਟੈਸਟ ਵੇਵ। ਸੋ ਹੁਣ ਅਸੀਂ ਨਾਂ ਰੱਖਿਆ ਬਾਸ ਮੋਦੀ, ਸੋ ਬਸ ਮੋਦੀ। ਤਾਂ ਪਹਿਲਾਂ ਇਹ ਵੇਵ ਤੋਂ ਪਹਿਲਾਂ ਸਾਡੇ 200 ਕਿਸਾਨ ਸ਼ਹੀਦ ਹੋਏ ਸੀਗੇ, ਹੁਣ ਅਬਾਊਟ 300 ਹੋ ਗਏ, ਸਾਨੂੰ ਸਾਰਿਆਂ ਨੂੰ ਪਤਾ ਹੈ। ਤੇ ਜਦੋਂ ਅਸੀਂ ਪਹਿਲਾਂ ਇਹ ਵੇਵ ਸ਼ੁਰੂ ਕੀਤੀ ਸੀਗੀ, 200 ਸ਼ਹੀਦ ਹੋਏ ਸੀ। ਅਸੀਂ ਜੁੱਤੀਆਂ ਵਿਕਟੋਰੀਆ ਤੋਂ ਸ਼ੁਰੂ ਕੀਤਾ, ਲੈਜਿਸਲੇਟਿਵ ਅਸੈਂਬਲੀ ਤੋਂ। ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਸਸਕੈਚੁਆਨ, ਮੈਨੀਟੋਬਾ ਤੇ ontario ਸਾਰੇ ਲੈਜਿਸਲੇਟਿਵ ਅਸੈਂਬਲੀ 'ਚ ਜਾ ਕੇ ਉੱਥੇ 200 ਸ਼ਹੀਦ ਦੀ ਜੁੱਤੀਆਂ ਰੱਖ ਕੇ ਤਾਂ ਉਹਨਾਂ ਨੂੰ ਅਸੀਂ ਆਪਣਾ ਉਹ ਦਿੰਦੇ ਕਿ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ ਕਿ ਉਹ ਸਾਡੇ ਨਾਲ ਹੋਣ ਨਹੀਂ ਹੈ, ਪਰ ਉਹ ਸਾਡੇ ਦਿਲਾਂ ਦੇ ਵਿੱਚ ਅਸੀਂ ਉਹਨੂੰ ਕਦੇ ਫੋਰਗੈਟ ਨਹੀਂ ਕਰ ਸਕਦੇ। ਅਸੀਂ ਤਾਂ ਕਰਕੇ ਹੁਣ ਇਹ ਕੈਂਪੇਨ ਸ਼ੁਰੂ ਕੀਤੀ। ਹੁਣ ਅਸੀਂ ਹੁਣ ਸਾਰੇ ਸਿਟੀ ਹਾਲਸ, ਲੋਅਰ ਮੇਨਲੈਂਡ ਦੇ ਸਿਟੀ ਹਾਲ, ਸੋ ਬੀ ਦੇ ਨਾਲ ਬਰਨਬੀ ਅਸੀਂ ਕਰਕੇ ਆਏ ਸੀ ਕਿ 2 ਵੀਕਸ ਅਗੋ। ਲਾਸਟ ਵੀਕ ਅਲਬਰਟਾ ਕੀਤਾ ਸੀ, ਦਿਸ ਵੀਕ ਸਰੀ ਕੀਤਾ ਆ। ਹੁਣ ਨੈਕਸਟ ਵੀਕ ਮਿਸ਼ਨ ਹੋਣਾ ਆ। ਉਸ ਤੋਂ ਬਾਅਦ ਅਸੀਂ ਹੁਣ ਆਊਟਰ ਭਗਤ ਸ਼ਹੀਦ ਦੇ
ਸ਼ਹੀਦ ਭਗਤ ਸਿੰਘ ਡੇ ਕਰਨਾ ਆ ਤੇ ਇੰਟਰਨੈਸ਼ਨਲ ਸਲੀਪ ਆਊਟ ਸਾਡਾ ਹੈਗਾ ਆ। ਅਸੀਂ ਹੁਣ ਜਿਹੜੇ ਸਾਰੇ ਸਾਡੇ ਲੋਅਰ ਮੇਨਲੈਂਡ ਦੇ ਸਿਟੀ ਹਾਲਸ ਆ ਤਾਂ ਉਹ ਸਾਰੇ ਉੱਥੇ ਜਾ ਕੇ ਅਸੀਂ 200 ਸਾਡੇ ਸ਼ਹੀਦਾਂ ਦੀ ਜੁੱਤੀਆਂ ਰੱਖ ਕੇ ਤਾਂ ਉਹਨਾਂ ਨੂੰ ਅਸੀਂ ਆਪਣੇ ਟ੍ਰਿਬਿਊਟਸ ਪੇ ਕਰਨੇ ਆ ਸਾਰੇ। ਸਲੀਪ ਆਊਟ ਪਹਿਲਾਂ ਹੋ ਚੁੱਕਿਆ ਸੀ ਵੈਨਕੂਵਰ ਕਿ ਹੋਰ ਹੁਣ ਇੱਕ ਕਿ ਉਹੀ ਅਸੀਂ ਹੋਣਾ? ਉਹਨਾਂ ਦੇ ਨਾਲ ਹੀ ਹੁਣ ਕੋਲੈਬੋਰੇਟ ਕਰਨ ਲੱਗੇ ਕਿਸਾਨ ਸਲੀਪ ਆਊਟ ਵਾਲਿਆਂ ਨਾਲ। ਸੋ ਬਾਜ਼ਮੋ ਦੀ ਵੇਵ ਤਾਂ ਕਿਸਾਨ ਸਲੀਪ ਆਊਟ ਟੂਗੇਦਰ ਆ। ਤਾਂ ਤੁਸੀਂ ਸਾਡੇ ਹੋਰ ਇਨਫੋਰਮੇਸ਼ਨ ਲੈਣੀ ਜੇ ਨੈਕਸਟ ਰੈਲੀਜ਼ ਜਾਂ ਪ੍ਰੋਟੈਸਟ ਤੁਸੀਂ ਇੰਸਟਾਗ੍ਰਾਮ ਤੇ basmo_wave_challenge ਨੂੰ ਫੋਲੋ ਕਰ ਸਕਦੇ ਹੋ। ਤੁਸੀਂ ਨਾਲ ਦੀ ਨਾਲ ਸਾਰਿਆਂ ਨੂੰ ਅਪਡੇਟ ਕਰੀ ਜਾਂਦੇ ਕਿ ਕਿਹੜੇ ਨੈਕਸਟ ਪ੍ਰੋਟੈਸਟ ਹੈ, ਕਿਹੜੀ ਨੈਕਸਟ ਰੈਲੀ, ਸਲੀਪ ਆਊਟ, ਐਨੀਥਿੰਗ। ਤੇ ਸਾਡੇ ਡੇਲੀ ਪ੍ਰੋਟੈਸਟ 88 ਤੇ ਕਿੰਗ ਜਾਰਜ ਤੇ ਹੁੰਦਾ ਤੇ ਸਾਡੀ ਸਾਰੀ ਬਾਜ਼ਮੋ ਟੀਮ ਉੱਤੇ ਐਵਰੀ ਡੇ ਹੁੰਦੀ ਖੜਦੀ। ਕਿਸੇ ਨੇ ਇਨਵੋਲਵ ਹੋਣਾ ਤਾਂ ਤੁਹਾਡੀ ਇੰਸਟਾਗ੍ਰਾਮ ਤੇ ਆਲਰੇਡੀ ਸਾਰੀ ਅਪਡੇਟਸ ਹੁੰਦੀ ਆ, ਉੱਥੇ ਜਾ ਕੇ ਕਰ ਸਕਦੇ ਹਾਂਜੀ, ਉੱਥੇ ਸਾਨੂੰ DM ਕਰ ਸਕਦੇ ਆ, ਤੁਸੀਂ ਸਾਨੂੰ ਈਮੇਲ ਕਰ ਸਕਦੇ ਆ ਤੇ basmo_wave_challenge ਹੈ ਸਾਡੀ ਇੰਸਟਾਗ੍ਰਾਮ। ਉੱਥੇ ਅਸੀਂ ਨਾਲ ਦੀ ਨਾਲ ਅਪਡੇਟਸ ਭੇਜੀ ਜਾਂਦੇ ਆ। ਤੁਸੀਂ ਵੋਲੰਟੀਅਰ ਸਾਡੇ ਨਾਲ ਕਰ ਸਕਦੇ ਆ। ਅਸੀਂ ਸਾਰੇ ਟੀਮ ਮੈਂਬਰ ਸਾਡੇ ਨਾਲ 88 ਤੇ ਕਿੰਗ ਜਾਰਜ ਤੇ 6 to 9 PM ਐਵਰੀ ਡੇ ਖੜਦੇ ਆ। ਤੁਸੀਂ ਉੱਥੇ ਵੀ ਆ ਕੇ ਸਾਨੂੰ ਐਨੀ ਬਾਜ਼ਮੋ ਟੀਮ ਮੈਂਬਰ ਨੂੰ ਤੁਸੀਂ ਸਾਡੇ ਕੋਲ ਆ ਸਕਦੇ ਹੋ ਤਾਂ ਸਾਨੂੰ ਐਨੀ ਕੁਐਸਚਨਸ ਪੁੱਛ ਸਕਦੇ ਆ ਤਾਂ ਇੱਕ ਕੁਐਸਚਨ ਤੁਹਾਡੇ ਲਈ ਹੋ ਰਿਹਾ ਕਿਉਂਕਿ ਜੇ ਤੁਸੀਂ ਆਪਾਂ ਤੁਹਾਡੇ ਪੇਰੈਂਟਸ ਦੀ ਏਜ ਦੀ ਗੱਲ ਕਰਾਂਗੇ, ਉਹ ਜਨਰੇਸ਼ਨ ਜਿਹੜੀ ਉਹਨਾਂ ਤੱਕ ਕਾਫੀ ਏਜ ਇੰਡੀਆ ਕੱਢੀ ਹੁੰਦੀ, ਬਹੁਤ ਜ਼ਿਆਦਾ ਅਟੈਚਮੈਂਟ ਆ। ਜਿਹੜੇ ਤੁਹਾਡੇ ਜਨਰੇਸ਼ਨ ਜਾਂ ਯੂਥ ਹੈ ਜਿਹੜਾ ਇੱਥੇ ਦਾ, ਉਹ ਕਿੱਦਾਂ ਫੀਲ ਕਰ ਰਿਹਾ ਜੋ ਸਾਰਾ ਕੁਝ ਚੱਲ ਰਿਹਾ, ਉਹ ਕਿੱਦਾਂ ਇਨਵੋਲਵ ਹੋ ਰਿਹਾ? ਹੁਣ ਸਾਡੇ ਸਾਰੇ ਗ੍ਰੈਂਡਫਾਦਰ, ਸਾਡੇ ਪੇਰੈਂਟਸ ਵੀ, ਦੇ ਫਾਦਰ ਮਦਰ ਐਵਰੀਵਨ ਸਾਡੇ ਪਹਿਲਾਂ ਕਿਸਾਨ ਹੁੰਦੇ ਸੀਗੇ। ਹੁਣ ਇਹ ਸਾਡੇ ਕਿਸਾਨ ਜਿਹੜੇ ਐਨਸੈਸਟਰਸ ਦੇ ਕਰਕੇ ਉਹ ਇੰਨੇ ਸਟਰਗਲ ਨਾ ਕੀਤੀ ਹੁੰਦੀ ਉਹਨਾਂ ਨੇ, ਅਸੀਂ ਇੱਥੇ ਨਹੀਂ ਹੋਣਾ ਸੀਗਾ। ਅਸੀਂ ਵੀ ਹੁਣ ਇੰਡੀਆ ਬੈਠੇ ਹੋਣਾ ਸੀ, ਦਿੱਲੀ ਆਪਣੇ ਹੱਕਾਂ ਲਈ ਲੜਦੇ। ਤੇ ਉਹਨਾਂ ਕਰਕੇ ਅਸੀਂ ਇੱਥੇ ਆਏ ਹਾਂ। ਤਾਂ ਕਰਕੇ ਸਾਨੂੰ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਵੱਧ ਤੋਂ ਵੱਧ। ਈਵਨ ਵਨ ਪੋਸਟ ਮੇਕਸ ਅ ਡਿਫਰੈਂਸ। ਇਹ ਇੱਕ ਪੋਸਟ ਪਾ ਦਿਓ ਇੰਸਟਾਗ੍ਰਾਮ ਤੇ, ਵੀਕ ਬਾਅਦ ਪਾ ਦਿਓ। ਮੋਸਟਲੀ ਟਰਾਈ ਕਰੋ ਸਾਰੇ ਐਵਰੀ ਡੇ ਪਾਉਣ ਨੂੰ। ਜਿਹੜਾ ਨਹੀਂ ਵੀ ਪਤਾ ਉਹਨਾਂ ਨੂੰ ਵੀ ਐਜੂਕੇਟ ਕਰੋ। 3 ਨਿਊ ਬਲੈਕ ਲਾਜ਼ ਦੇ ਕਰਕੇ ਵੀ ਐਜੂਕੇਟ ਕਰੋ ਤੁਸੀਂ। ਤੇ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਵਾਰ-ਵਾਰ ਕਰੀ ਚੱਲੋ ਕਿ ਪੋਸਟ ਪਾਈ ਚੱਲੋ, ਫਿਰ ਕਿ ਇੰਟਰਨੈਸ਼ਨਲ ਸਪੋਰਟ ਜਾਰੀ ਹੋਵੇ, ਫਿਰ ਇੰਡੀਆ ਗਵਰਨਮੈਂਟ 'ਚ ਪ੍ਰੈਸ਼ਰ ਪੈਂਦਾ ਆ। ਥੈਂਕ ਯੂ। ਸੋ ਹੁਣ ਸਾਡੇ ਨਾਲ ਨੇ ਅਸ਼ਵਿੰਦਰ ਸਿੰਘ, ਜੋ ਲਗਾਤਾਰ ਇੱਥੇ ਰੋਸ ਪ੍ਰਦਰਸ਼ਨ ਹੋ ਰਹੇ ਆ ਉਹਦੇ 'ਚ ਭਾਗ ਲੈ ਰਹੇ ਹੋ। ਜਿਹੜੀ ਵਿਕਟੋਰੀਆ ਤੋਂ ਆਟਵਾ ਤੱਕ ਇੱਕ ਕਾਰ ਰੈਲੀ ਗਈ ਸੀ, ਉਹ 'ਚ ਵੀ ਸ਼ਾਮਲ ਸੀਗੇ। ਤੁਸੀਂ ਲਗਾਤਾਰ ਸ਼ੁਰੂ ਤੋਂ ਜੁੜੇ ਹੋਏ ਹੋ। ਸੋ ਇਹ ਦੱਸ ਦਿਓ ਕਿ ਕਿਉਂਕਿ ਬਾਕੀ ਗੱਲਾਂ ਹੋ ਗਈਆਂ ਵੀ ਹਾਲੇ ਤੱਕ ਲੋਕਾਂ 'ਚ ਉਤਸ਼ਾਹ ਹੈਗਾ, ਕਿਉਂਕਿ ਇੰਡੀਆ 'ਚ ਵੀ ਤਾਂ ਲੰਬਾ ਸਮਾਂ ਹੋ ਗਿਆ, ਇੱਥੇ ਵੀ ਲੰਬਾ ਸਮਾਂ ਹੋ ਗਿਆ, 100 ਦਿਨ ਤੋਂ ਉੱਪਰ ਹੋ ਗਿਆ ਇੱਥੇ ਵੀ। ਸੋ ਉਤਸ਼ਾਹ ਬਰਕਰਾਰ ਹੈ ਲੋਕਾਂ 'ਚ? ਬਿਲਕੁਲ ਜੀ, ਉਤਸ਼ਾਹ ਬਰਕਰਾਰ ਹੈ। ਲੋਕਾਂ ਦੇ ਦਿਲਾਂ 'ਚ ਦਰਦ ਹੈ। ਜਿਹੜੇ ਭੈਣ ਭਰਾ ਉੱਥੇ ਬੈਠੇ ਨੇ 100 ਦਿਨਾਂ ਤੋਂ ਉੱਪਰ ਹੋ ਗਏ, ਠੰਡ ਦੀਆਂ ਸਰਦੀਆਂ 'ਚ ਠੰਡ 'ਚ ਬੈਠੇ, ਟਰੈਕਟਰਾਂ ਤੇ ਟਰਾਲੀਆਂ ਤੇ ਮੀਂਹ ਪਏ ਆ, ਕਿੱਦਾਂ ਉਹ ਰਹੇ ਨੇ, ਕਿੱਦਾਂ ਉਹਨਾਂ ਨੇ ਆਪਣਾ ਉਹ ਟਾਈਮ ਕੱਢਿਆ ਆ। ਤੇ ਉਹਦਾ ਦਰਦ ਸਾਨੂੰ ਇੱਥੇ ਹੈਗਾ ਆ। ਹੋਰ ਸਾਰੇ ਭੈਣ ਭਰਾ ਜਿਹੜਾ ਸਾਰੇ ਇੱਥੇ ਆਏ ਹੋਏ ਆ ਸਾਡੇ ਨਾਲ, ਜਾਂ ਕਿਤੇ ਵੀ ਅਸੀਂ ਜਾਂਦੇ ਆ ਸਾਡੇ ਨਾਲ ਹੁੰਦੇ ਆ, ਉਹਨਾਂ ਸਾਰਿਆਂ ਦੇ ਜਿਹੜੇ ਦਿਲ 'ਚ ਦਰਦ ਆ ਉਹ ਹੱਲੇ ਵੀ ਹੈਗਾ ਆ ਤੇ ਰਹੂਗਾ। ਤੇ ਜਿੰਨਾ ਸਮਾਂ ਹੁਣ ਉੱਥੇ ਹੈਗਾ ਆ ਉਹਨਾਂ ਸਮਾਂ, ਕਿਉਂਕਿ ਆ ਤੁਹਾਡਾ ਤੀਜਾ ਪੜਾਅ ਮੇਰੇ ਖਿਆਲ ਜਿਹੜੀ ਆਹ ਤੁਹਾਡਾ ਹੋ ਰਿਹਾ ਇੱਥੇ। ਸੋ ਅੱਗੇ ਹੁਣ ਕਿੱਥੇ ਕਿੱਥੇ ਤੇ ਕਿੰਨੇ ਕੁ ਦਿਨ ਹੋ ਰਹੇ ਚੱਲੂਗਾ? ਭਾਜੀ ਆਹ ਤੁਸੀਂ ਬੈਸਮੋ ਵੇਵ ਕਵਰ ਕੀਤੀ ਸੀ ਜਦੋਂ ਅਸੀਂ ਮੁੜੇ ਸੀਗੇ ਪੂਰਾ ਕੈਨੇਡਾ ਵਾਈਡ। ਅਸੀਂ ਇਹੀ ਸੇਮ ਡੈਮੋਨਸਟ੍ਰੇਸ਼ਨ ਜਿਹੜੀ ਸੀ ਉਹ ਕਰਕੇ ਮੁੜੇ ਸੀਗੇ। ਤੇ ਇਹ ਹੁਣ ਅਸੀਂ ਬੈਸਮੋ ਦੀ ਵੇਵ ਚਲਾਈ ਹੈ। ਇਹ ਤੀਜਾ ਸੀਗਾ ਅੱਜ। 2 ਅਸੀਂ ਬਰਨਬੀ, ਇੱਕ ਬਰਨਬੀ ਕੀਤਾ ਸੀ, ਇੱਕ ਐਬਸਫੋਰਡ ਕੀਤਾ, ਤੇ ਸਰੀ ਅੱਜ ਸਰੀ ਹੈ। ਤੇ ਨੈਕਸਟ ਵੀਕਐਂਡ ਤੇ ਸਾਡਾ ਇਹ ਹੈਗਾ ਆ ਮਿਸ਼ਨ 'ਚ। ਤੇ ਇਦਾਂ ਹੀ ਤੁਰਿਆ ਜਾਣਾ ਆ। ਇੱਕ ਸਾਡਾ ਉਹ ਆਉਂਦਾ ਵਿੱਚ, ਉਹ ਬੀਅਰ ਕ੍ਰੀਕ ਤੇ ਆ, ਤੁਹਾਨੂੰ ਪੋਸਟਰ ਭੇਜ ਦਾਂਗੇ। ਤੇ ਫਿਰ ਡੈਲਟਾ, ਵੈਸਟ ਵੈਂਕੂਵਰ, ਐਲਡਰਗ੍ਰੋਵ, ਵੈਂਕੂਵਰ, ਇਹਦੇ ਹਲੇ ਹੈਗੇ 5-6 ਹਲੇ ਹੋਰ ਸਿਟੀਜ਼ ਰਹਿੰਦੇ ਆ ਸਾਡੇ। ਲੰਬਾ ਪ੍ਰੋਗਰਾਮ ਹੈ। ਅਸੀਂ ਟਰਾਈ ਕੀਤਾ ਕਿ ਸਿਟੀਜ਼, ਉਹ ਜਿੱਦਾਂ ਐਲਡਰਗ੍ਰੋਵ ਹੋਇਆ ਉੱਥੇ ਕੋਈ ਪ੍ਰੋਟੈਸਟ ਨਹੀਂ ਹੋਇਆ ਹਾਲੇ ਤੱਕ, ਹੈ ਨਾ। ਵੈਸਟ ਵੈਂਕੂਵਰ ਹੋਇਆ, ਉੱਥੇ ਪੰਜਾਬੀ ਹੈਗੇ ਆ ਪਰ ਨਹੀਂ ਪਤਾ ਵੈਸਟ ਵੈਂਕੂਵਰ ਦੀ ਕਮਿਊਨਿਟੀਜ਼ ਨੂੰ ਕਿ ਫਾਰਮਰ ਪ੍ਰੋਟੈਸਟ ਚੱਲ ਰਿਹਾ ਹੈ ਨਾ। ਸੋ ਅਸੀਂ ਉਹ ਸਿਟੀਜ਼ ਪਿਕ ਕਰਨ ਦੀ ਕੋਸ਼ਿਸ਼ ਕੀਤੀ। ਜਿੱਦਾਂ ਹੁਣ ਐਮ ਸੀਗਾ, ਐਮ ਤੋਂ ਸਾਡੇ ਕੋਲ ਆਪਸ਼ਨ ਸੀਗਾ ਮੇਪਲ ਰਿਜ, ਮਿਸ਼ਨ। ਅਸੀਂ ਮਿਸ਼ਨ ਜਾ ਕੇ ਜ਼ਿਆਦਾ ਕਰਨ ਦੀ ਸੋਚੀ, ਕਿਉਂਕਿ ਉੱਥੇ ਜਿਹੜਾ ਆਪਣਾ ਭਾਈਚਾਰਾ ਵੀ ਹੈਗਾ ਤੇ ਉੱਥੋਂ ਦੇ ਲੋਕੀ ਉਠਾਈਏ। ਅੱਛਾ, ਇੱਕ ਇਹ ਵੀ ਹੈ ਕਿਉਂਕਿ ਕੁਝ ਜਿਹੜੇ ਸ਼ਹਿਰਾਂ ਦੀਆਂ ਕੌਂਸਲ ਆ ਉਹਨਾਂ ਨੇ ਮਤੇ ਪਾਏ ਆ, ਜਿੱਦਾਂ ਨਿਊ ਵੈਸਟਮਿੰਸਟਰ ਆ, ਅਮਰੀਕਾ 'ਚ ਵੀ ਬਹੁਤ ਸਾਰੀਆਂ ਖਬਰਾਂ ਆਈਆਂ। ਉੱਥੇ ਓਫੀਸ਼ੀਅਲੀ ਲੈਟਰ ਲਿਖੇ ਗਏ ਜਿਹੜੇ ਉੱਥੇ ਦੇ ਰਾਜਦੂਤ ਆ। ਸਰੀ ਦੇ ਵਿੱਚ ਤਾਂ ਜਾਣਿਆ ਜਾਂਦਾ, ਦੂਜਾ ਪੰਜਾਬ ਕਿਹਾ ਜਾਂਦਾ। ਇੱਥੇ ਕੋਈ ਅਫੀਸ਼ੀਅਲ ਇਦਾਂ ਦੀ ਗੱਲ ਚੱਲ ਰਹੀ ਹੈ ਵੀ ਇੱਥੇ ਵੀ ਇਦਾਂ ਦੀ ਆਵਾਜ਼ ਉੱਠੇ? ਭਾਜੀ ਤਾਂ ਹੀ ਲੈ ਕੇ ਆਏ ਆ ਜਾਗੋ, ਤਾਂ ਹੀ ਇੱਥੇ ਜਗਾਉਣ ਆਏ ਆ ਡਗ ਮਕੱਲਮ ਜੀ ਉਹਨਾਂ ਨੂੰ ਕਿ ਜਾਗੋ। ਨਿਊ ਵੈਸਟ ਵਾਲੇ ਕਰਨ ਡਏ ਆ, ਹੈ ਨਾ, ਕਰ ਦਿੱਤਾ ਆ, ਤੁਸੀਂ ਵੀ ਕਰੋ। ਤੁਹਾਡੀ ਮੇਨਲੀ ਜਿਹੜੀ ਹੈ ਕਮਿਊਨਿਟੀ ਸਰੀ 'ਚ ਪੰਜਾਬੀ ਹੈ, ਓਵਰ 75% ਪੰਜਾਬੀਆਂ। ਤੇ ਅਸੀਂ ਹੋਈ ਇਹਨਾਂ ਨੂੰ ਚੁਣ ਕੇ ਇੱਥੇ ਭੇਜਿਆ, ਤੇ ਸਾਡੇ ਹੀ ਹੁਣ ਭੈਣ ਭਰਾ ਲਈ ਅਸੀਂ ਕਹਿੰਦੇ ਆ ਕਿ ਸਾਡੇ ਨਾਲ ਖੜੇ ਹੋਵੋ। ਤੇ ਤਾਂ ਹੀ ਆਏ ਆ ਅੱਜ ਇੱਥੇ ਸਿਟੀ ਆਫ ਸਰੀ, ਤਾਂ ਹੀ ਆਏ ਆ। ਉਮੀਦ ਹੈ ਵੀ ਹੁਣ ਇਹ ਜਾਗੋ ਅੱਜ ਦੀ ਕਾਮਯਾਬ ਹੋਊਗੀ? ਨਹੀਂ ਹੋਊਗੀ ਫਿਰ ਆ ਜਾਾਂਗੇ,
ਅਸੀਂ ਜਗਾ ਕੇ ਤਾਂ ਹਟਾਂਗੇ। ਸੋ ਬਿਲਕੁਲ ਲੱਗੇ ਰਵਾਂਗੇ, ਅਸੀਂ ਜਗਾਵਾਂਗੇ। ਸੋ ਹੁਣ ਸਾਡੇ ਨਾਲ ਨੇ ਤਜਿੰਦਰ ਸਿੰਘ ਹੁਣੀ, ਜੋ ਇੱਥੇ ਤਕਰੀਬਨ ਜਿਹੜੀ ਇਹ ਕੰਪੇਨ ਚੱਲ ਰਹੀ ਹੈ ਉਹ 'ਚ ਹਿੱਸੇ ਲੈਂਦੇ ਨੇ ਲਗਾਤਾਰ। ਸੋ ਕੰਪੇਨ ਬਾਰੇ ਤਾਂ ਗੱਲਬਾਤ ਹੋ ਗਈ, ਤੇ ਇਹ ਦੱਸੋ ਕਿ ਹੁਣ ਇੱਦਾਂ ਦਾ ਵੀ ਕੁਝ ਚੱਲ ਰਿਹਾ ਕਿ ਜਿਹੜੇ ਭਾਰਤ ਵਿੱਚ, ਕਿਉਂਕਿ ਲਗਾਤਾਰ ਚਰਚਾ ਚੱਲ ਰਹੀ ਹੈ, ਹੁਣ ਤਾਂ ਉਗਰਾਹਾਂ ਸਾਹਿਬ ਨੇ ਵੀ ਕਹਿ ਦਿੱਤਾ ਕਿ ਧੰਨਵਾਦ ਵੀ ਕਰ ਰਿਹਾ ਜਿਹੜੀ ਵਿਦੇਸ਼ਾਂ ਤੋਂ ਮਦਦ ਮਿਲ ਰਹੀ ਹੈ। ਸੋ ਜੋ ਕਿਉਂਕਿ ਅੱਗੇ ਵਾਢੀਆਂ ਆ ਰਹੀਆਂ, ਬਹੁਤ ਸਾਰੀਆਂ ਮੌਤਾਂ ਵੀ ਹੋ ਚੁੱਕੀਆਂ, ਸੋ ਉਹਨਾਂ ਬਾਰੇ ਵੀ ਕੋਈ ਇੱਥੇ ਸੋਚਿਆ ਜਾ ਰਿਹਾ? ਹਾਂਜੀ, ਅਸੀਂ ਜਿੱਦਾਂ ਹੁਣ ਇਹ ਜਿਹੜੀਆਂ ਪੰਚਾਇਤਾਂ ਆ, ਮਤਲਬ ਪੰਚਾਇਤ ਤੋਂ ਭਾਵੇਂ ਕਿ ਲੋਕ ਆਉਣ, ਲੋਕ ਆਪਣੇ ਆਊਟਪੁੱਟ ਰੱਖਣ, ਰਾਈਟ। ਜਦੋਂ ਹੁਣ ਆਪਣੀਆਂ ਇਹ 3 ਬਿੱਲ ਮਾਫ ਹੁੰਦੇ ਆ ਤੇ ਉਦੋਂ ਪਹਿਲਾਂ ਵੀ ਖੁਦਕੁਸ਼ੀਆਂ ਹੁੰਦੀਆਂ ਸੀ, ਰਾਈਟ। ਉਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਬੈਠ ਕੇ ਸੋਚੀਏ ਕਿ ਕਿੱਧਰ ਨੂੰ ਆਪਣਾ ਮਤਲਬ ਕਿ ਆਪਣਾ ਨਿਘਾਰਾ ਜਾ ਰਹੀ ਆ, ਆਪਣਾ ਜਿਹੜਾ ਪੰਜਾਬ ਜਿਹੜਾ ਚੜ੍ਹਦੀ ਕਲਾ 'ਚ ਹੁੰਦਾ ਸੀਗਾ, ਜਿਹਦੇ ਉੱਪਰ ਕਵਿਤਾ ਗਾਈਆਂ ਜਾਂਦੀਆਂ ਸੀਗੀਆਂ, ਜਿਹਦੇ ਉੱਪਰ ਗਾਣੇ ਗਾਏ ਜਾਂਦੇ ਸੀ, ਇਹਦੇ ਕਲਚਰ ਦੀ ਪੂਰੇ ਵਰਲਡ 'ਚ ਗੱਲਾਂ ਕੀਤੀਆਂ ਜਾਂਦੀਆਂ ਸੀਗੀਆਂ। ਸੋ ਸਾਡਾ ਹੁਣ ਮੇਨ ਪਰਪਸ ਇਹ ਵੀ ਹੈ, ਜਿਹੜਾ ਆਹ ਚੀਜ਼ਾਂ ਹੈਗੀਆਂ ਉਹਦੇ ਵਿੱਚ, ਜਿੱਦਾਂ ਹੁਣ ਇੰਡੀਆ ਦੇ ਵਿੱਚ ਲੋਕ ਜਿਹੜੇ ਸ਼ਹੀਦ ਹੋ ਗਏ ਆ ਪਰਿਵਾਰ, ਰਾਈਟ। ਸਾਡੀ ਹਰੇਕ ਹੁਣ ਕੋਸ਼ਿਸ਼ ਇਹ ਆ ਕਿ ਉਸ ਪਿੰਡ ਦੇ ਬੰਦੇ, ਨਾ ਕਿ ਕੋਈ ਕਿ ਉਸ ਪਿੰਡ ਦੇ ਵਿੱਚ ਸਿੱਧਾ ਜਾ ਕੇ ਉਹਨਾਂ ਨੂੰ ਮਾਲੀ ਮਦਦ ਕਰਨ। ਜਿੱਦਾਂ ਹੁਣ ਜਿਹੜੇ ਧਰਨੇ 'ਤੇ ਬੈਠੇ ਹੋਏ ਆ, ਉਹਨਾਂ ਦੀ ਬੈਕ ਸਾਈਡ 'ਤੇ ਜਿਹੜੇ ਰਹਿ ਗਏ ਆ ਪਿੰਡਾਂ ਦੇ ਵਿੱਚ, ਰਾਈਟ, ਉਹਨਾਂ ਦੀ ਖੇਤੀਬਾੜੀ ਜਾਂ ਹੋਰ ਉਹਨਾਂ ਨੂੰ ਕੋਈ ਪਰਿਵਾਰ ਨੂੰ ਕੋਈ ਜ਼ਰੂਰਤ ਆ, ਉਹ ਮਤਲਬ ਉਹਦਾ ਮਤਲਬ ਖਿਆਲ ਰੱਖਣ ਪੂਰਾ ਜੋ ਵੀ ਆ, ਉਹ ਹੋ ਸਕੇ ਮਦਦ ਕਰੀਏ। ਤੇ ਜੋ ਕੋਈ ਜਿੱਥੇ ਨਹੀਂ ਵੀ ਪਹੁੰਚ ਸਕਦੀ ਉੱਥੇ ਅਸੀਂ ਮਤਲਬ ਪਹੁੰਚਾਉਣ ਦੀ ਕੋਸ਼ਿਸ਼ ਕਰੀਏ, ਇਹ ਸਾਡਾ ਕੋਸ਼ਿਸ਼ ਆ। ਅੱਛਾ, ਇਹ ਵੀ ਇੱਕ ਜਿਹੜਾ ਤੁਸੀਂ ਕਿਹਾ ਅਹਿਮ ਨੁਕਤਾ ਹੈ ਕਿ ਕਿਉਂਕਿ ਹਾਲਾਤ ਤਾਂ ਪਹਿਲੇ ਮਾੜੇ ਸੀ, ਸੁਸਾਈਡ ਤਾਂ ਪਹਿਲਾਂ ਹੀ ਹੋ ਰਿਹਾ ਸੀ, ਇਹ ਤਾਂ ਹੋਰ ਉਦੋਂ ਵੀ ਜ਼ਿਆਦਾ ਖਰਾਬ ਹਾਲਤ ਹੋਣੇ ਸੀਗੇ। ਮੰਨ ਲਓ ਕਾਨੂੰਨ ਰੱਦ ਵੀ ਹੁੰਦੇ ਆ ਤਾਂ ਫੇਰ ਵੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੈਗੀ। ਸੋ ਉਹਦੇ ਸੰਬੰਧੀ ਕਿਸ ਤਰੀਕੇ ਦੀ ਇੱਥੇ ਵਿਚਾਰ ਚਰਚਾ ਹੋ ਰਹੀ ਹੈ? ਇਹ ਵਿਚਾਰ ਇਸ ਤਰੀਕੇ ਨਾਲ ਹੁੰਦੀ ਆ ਕਿ ਜਦੋਂ ਕਿ ਮਤਲਬ ਦੇਸ਼ ਵੰਡ ਹੋਇਆ, ਰਾਈਟ, ਉੱਥੋਂ ਜਿੱਦਾਂ ਹੁਣ ਜਿਹੜੀਆਂ ਇੰਟਰਨੈਸ਼ਨਲ ਪਾਲਿਸੀਆਂ ਸੀਗੀਆਂ, ਜਿੱਦਾਂ ਉਹਦੇ ਥਰੂ ਜਿੱਦਾਂ ਪਾਕਿਸਤਾਨ ਹਿੰਦੁਸਤਾਨ ਬਣਿਆ, ਜਿਹਦੇ ਵਿੱਚ 70 ਸਾਲ 'ਚ ਆਪਾਂ ਫੌਜੀ ਗਵਾਏ, ਪੈਸਾ ਬਰਬਾਦ ਕੀਤਾ, ਅੱਜ ਤੱਕ ਜਿਹੜੀ ਆ ਉਹ ਮਤਲਬ ਉੱਤੇ ਪੋਲੀਟਿਕਸ ਉਹਦੇ ਆਲੇ ਦੁਆਲੇ ਘੁੰਮਦੀ ਰਹਿੰਦੀ ਆ। ਮਤਲਬ ਉਹ ਚੀਜ਼ਾਂ ਫਿਰ ਸਾਡੇ ਪੰਜਾਬ ਤੋਂ ਹੀ ਵਰਤੀਆਂ। ਪੰਜਾਬ ਦੇ ਟੋਟੇ ਹੋਣ ਤੋਂ ਬਾਅਦ ਪੰਜਾਬ ਦੇ ਉੱਪਰ ਜਿਹੜੇ ਆ ਲੋਕ, ਉਹਨਾਂ ਦੀਆਂ ਸੀਟਾਂ ਘਟ ਗਈਆਂ। ਜਾ ਕੇ ਸੈਂਟਰ 'ਚ ਕੋਈ ਜਿਹੜਾ ਬੰਦਾ ਜਾਊਗਾ, ਪੰਜਾਬ ਬਾਰੇ ਸੋਚੂਗਾ, ਕੁਝ ਬਿੱਲ ਲਿਆਊਗਾ, ਰਾਈਟ। ਹੁਣ ਹੜ੍ਹ ਆਏ ਸੀ, ਤੁਸੀਂ ਦੇਖਿਆ ਹੋਣਾ, ਹੁਣ ਹੜ੍ਹ ਆਇਆ, ਉਹਦਾ ਕੋਈ ਸਾਨੂੰ ਬੈਨੀਫਿਟ ਨਹੀਂ ਕਿ ਉਹ ਆਏ ਕਿਹੜੇ ਹਿਸਾਬ ਨਾਲ। ਪਰ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਜਦੋਂ ਪੋਲੀਟੀਕਲੀ ਦੇਖਦੇ ਹਾਂ ਨਾ, ਤਾਂ ਉਹ ਚੀਜ਼ਾਂ ਮਤਲਬ ਆਪਾਂ ਨੂੰ ਸਮਝਣੀਆਂ ਪੈਣੀਆਂ ਬੈਕ ਤੋਂ ਲਿਆ ਕੇ, ਰਾਈਟ। ਅਤੇ ਆਪਾਂ ਜਿਹੜਾ ਆਉਣ ਵਾਲੇ ਫਿਊਚਰ ਦੇ ਵਿੱਚ ਉਹ ਚੀਜ਼ਾਂ ਨੂੰ ਐਲੀਮੀਨੇਟ ਕਰਕੇ ਆਪਾਂ ਪੋਜ਼ੀਟਿਵ ਸੋਚ, ਜਦੋਂ ਆਪਾਂ ਇਹ ਨਹੀਂ ਹੈਗਾ ਜੋ ਪੰਜਾਬ ਦੀ ਗੱਲ ਕਰਦੇ ਆ, ਦੀਪ ਸਿੱਧੂ ਵੀ ਪੰਜਾਬ ਦਾ ਆ, ਦੀਪ ਸਿੰਘ ਵਾਲਾ ਵੀ ਪੰਜਾਬ ਦਾ, ਲੱਖਾ ਧਾਣਾ ਵੀ ਆ, ਪੰਜਾਬ ਦਾ ਜੂਥ ਵੀ ਆ, ਪੰਜਾਬ ਦੀਆਂ ਜਥੇਬੰਦੀਆਂ ਵੀ ਆ, ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ, ਉਹ ਸਾਰੀਆਂ ਮਿਲ ਕੇ ਸੋਚਣਗੀਆਂ, ਰਾਈਟ। ਉਹ ਚੀਜ਼ ਮਤਲਬ ਇਹ ਆਧਾਰ ਬਣਾ ਕੇ ਅਸੀਂ ਇਹ ਸ਼ੁਰੂ ਕੀਤਾ ਪ੍ਰੋਗਰਾਮ। ਸੋ ਇਸ ਵਕਤ ਸਾਡੇ ਨਾਲ ਰਮਨੀਕ ਸਿੰਘ ਹੁਣੀ ਆ, ਜੋ ਇਸ ਰੋਸ ਪ੍ਰਦਰਸ਼ਨ ਦਾ ਹਿੱਸਾ ਬਣੇ ਨੇ। ਸੋ ਤੁਸੀਂ ਵੀ ਜਦੋਂ, ਕਿਉਂਕਿ ਹੁਣ ਤਾਂ 100 ਦਿਨ ਬਹੁਤ ਸਾਰੀਆਂ ਅਣਗਿਣਤ ਰੈਲੀਆਂ ਹੋ ਚੁੱਕੀਆਂ, ਪ੍ਰੋਟੈਸਟ ਹੋ ਚੁੱਕੇ ਆ, ਸੋ ਹਰ ਵਾਰ ਸ਼ਾਮਲ ਹੁੰਦੇ ਹੋ? ਹਾਂਜੀ, ਮੈਂ ਕੋਸ਼ਿਸ਼ ਕਰਦਾ ਕਿ ਹਰ ਵਾਰ ਸ਼ਾਮਲ ਹੋਵਾਂ, ਕਿਉਂਕਿ ਇਹ ਨਿੱਕੇ ਐਫਰਟਸ ਨਾਲ ਹੀ ਇੱਕ ਵੱਡੀ ਰੈਵੋਲੂਸ਼ਨ ਬਣਦੀ ਹੈ। ਸੋ ਜੋ ਇਸ ਵੇਲੇ ਜੋ ਮਾਹੌਲ ਬਣਿਆ ਹੋਇਆ, ਸਾਰੀ ਪੂਰੀ ਕਮਿਊਨਿਟੀ ਦੇ ਵਿੱਚ ਏਕਤਾ ਹੈਗੀ ਹੈ। ਸੋ ਮੈਂ ਕੋਸ਼ਿਸ਼ ਕਰਦਾ ਕਿ ਹਰ ਰੈਲੀ ਦੇ ਵਿੱਚ ਆਪਣੀ ਹਾਜ਼ਰੀ ਲਵਾਵਾਂ, ਤੇ ਬਾਕੀਆਂ ਨੂੰ ਮੈਂ ਦਰਖਾਸਤ ਕਰਦਾ ਹਮੇਸ਼ਾ ਕਿ ਤੁਸੀਂ ਭਾਵੇਂ ਥੋੜੀ ਦੇਰ ਵਾਸਤੇ ਆਓ, ਤੁਸੀਂ ਪੂਰੀ ਨਹੀਂ ਕਰ ਸਕਦੇ, ਥੋੜੀ ਦੇਰ ਵਾਸਤੇ ਆਓ, ਬਟ ਹਾਜ਼ਰੀ ਲਾਉਣੀ ਬਹੁਤ ਜ਼ਰੂਰੀ ਆ। ਅੱਛਾ, ਇੱਕ ਹੋਰ ਆ, ਕਿਉਂਕਿ ਹੁਣ ਜਿਹੜੀ ਵਿਦੇਸ਼ਾਂ ਦੇ ਵਿੱਚ ਗੱਲ ਹੋ ਰਹੀ ਆ, ਹੁਣ ਉੱਥੇ ਵੀ ਗੱਲ ਗੌਰਨੀ ਸ਼ੁਰੂ ਹੋ ਗਈ ਆ, ਜਿਹੜੀ ਇੱਥੇ ਸਪੋਰਟ ਮਿਲ ਰਹੀ ਆ। ਕਿਸਾਨ ਲੀਡਰ ਵੀ ਕਹਿ ਰਹੇ ਆ ਕਿ ਸਰਕਾਰਾਂ ਡਰੀਆਂ ਹੋਈਆਂ, ਜਿਹੜਾ ਕਿਉਂਕਿ ਇੱਥੇ ਜਦੋਂ ਤੁਸੀਂ ਪ੍ਰਦਰਸ਼ਨ ਕਰਦੇ ਹੋ, ਹੋਰ ਜਿਹੜੇ ਇੱਥੇ ਦੀਆਂ ਕਮਿਊਨਿਟੀ ਸੀ, ਇੱਥੇ ਦੀਆਂ ਯੂਨੀਅਨ ਸੀ, ਉਹ ਵੀ ਆਈਆਂ ਹੋਈਆਂ। ਸੋ ਕਿੱਦਾਂ ਦਾ ਲੱਗਦਾ ਕਿ ਤੁਸੀਂ ਵੀ ਇੱਥੇ ਇਸ ਜਿਹੜਾ ਅੰਦੋਲਨ ਚੱਲ ਰਿਹਾ ਇਤਿਹਾਸਿਕ, ਉਹਦਾ ਹਿੱਸਾ ਬਣਦੇ ਹੋ? ਬਿਲਕੁਲ ਹੀ, ਇਹ ਗੱਲ ਤਾਂ ਬੜੀ ਗਰਵ ਵਾਲੀ ਗੱਲ ਹੁੰਦੀ ਹੈ ਕਿ ਜਿੱਦਾਂ ਕਿ ਅਸੀਂ ਇੱਥੇ ਆਏ ਆ, ਇਹ ਇੱਥੋਂ ਦਾ ਨਹੀਂ ਹੈਗਾ, ਸਿਰਫ ਇੱਕ ਬੈਸਮੋ ਵੇਵ ਚੱਲੀ ਹੈ, ਜਿਹਦੇ ਵਿੱਚ ਪਹਿਲੇ ਇਹਨਾਂ ਨੇ ਬੈਸਮੋ ਪੂਰਾ ਇੱਕ 200 ਜਿਹੜੇ ਜੋੜੇ ਇੱਥੇ ਮੌਜੂਦ ਨੇ, ਉਹ ਪੂਰੇ ਆਟਵਾ ਤੱਕ ਲੈ ਕੇ ਗਏ ਸੀਗੇ। ਸ਼ੁਰੂ ਬ੍ਰਿਟਿਸ਼ ਕੋਲੰਬੀਆ ਤੋਂ ਕੀਤਾ, ਐਲਬਰਟਾ, ਮੈਨੀਟੋਬਾ, ਉਸ ਤੋਂ ਬਾਅਦ ਓਨਟਾਰੀਓ, ਹਰ ਜਗ੍ਹਾ ਰੁਕਦੇ ਗਏ ਆ, ਤੇ ਹਰ ਜਗ੍ਹਾ ਮੁਜ਼ਾਹਰੇ ਕੀਤੇ ਇਹਨਾਂ ਨੇ, ਹਰ ਜਗ੍ਹਾ ਆਵਾਜ਼ ਚੱਕਣ ਦੀ ਕੋਸ਼ਿਸ਼ ਕੀਤੀ ਹੈ, ਆਮ ਜਨਤਾ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬਈ ਇੱਥੇ ਕੁਝ ਹੋ ਰਿਹਾ, ਭਾਵੇਂ ਉਹ ਸਾਡੀ ਕਮਿਊਨਿਟੀ ਹੋਵੇ, ਭਾਵੇਂ ਦੂਸਰੀ ਕਮਿਊਨਿਟੀ ਹੋਵੇ, ਸਾਰੇ ਉਹਨੂੰ ਪੁੱਛਦੇ ਆ ਕਿ ਬਈ ਕੀ ਚੱਲ ਰਿਹਾ। ਸੋ ਬੇਸ਼ੱਕ ਸਿਰਫ ਇੰਡੀਆ ਦੇ ਵਿੱਚ, ਸਿਰਫ ਪੰਜਾਬ ਦੇ ਵਿੱਚ ਇਹ ਰੈਵੋਲੂਸ਼ਨ ਨਹੀਂ ਹੈਗਾ, ਪੂਰੀ ਦੁਨੀਆ ਦੇ ਵਿੱਚ ਪਪੂਲਰ, ਮਤਲਬ ਕਿ ਵੱਧ ਤੋਂ ਵੱਧ ਇਸ ਚੀਜ਼ ਨੂੰ ਹੁੰਗਾਰਾ ਦਿੱਤਾ ਜਾ ਰਿਹਾ। ਤੇ ਹੁਣ ਜਿਹੜੀ ਆ, ਹੁਣ ਪਹਿਲੇ ਉਹ ਬੈਸਮੋ ਜਿਹੜੀ ਚੱਲੀ ਸੀਗੀ ਆਟਵਾ ਤੱਕ, ਹੁਣ ਜਿਹੜੀ ਚੱਲੀ ਹੈ ਬੈਸਮੋ ਵੇਵ, ਹੁਣ ਚੱਲ ਰਹੀ ਹੈ ਵਿਦਨ ਲੋਅਰ ਮੇਨਲੈਂਡ। ਤੇ ਪਹਿਲਾਂ ਬਰਨਬੀ ਤੋਂ ਸ਼ੁਰੂ ਹੋਈ ਸੀਗੀ, ਫਿਰ ਉਸ ਤੋਂ ਬਾਅਦ ਐਬਟਸਫੋਰਡ ਗਏ ਸੀ, ਤੇ ਹੁਣ ਅੱਜ ਆਪਾਂ SBAS, ਹੁਣ ਅੱਜ ਸਰੀ ਦੇ ਵਿੱਚ ਆ, ਤੇ ਉਸ ਤੋਂ ਬਾਅਦ ਅਗਲਾ ਜਿਹੜਾ ਸੰਡੇ ਹੋਏਗਾ ਮਿਸ਼ਨ ਵਿੱਚ ਹੋਏਗਾ। ਸੋ ਬੜਾ ਕਾਫੀ ਅੱਛਾ ਲੱਗਦਾ ਕਿ ਇੰਨਾ ਮਤਲਬ ਲੋਕੀ ਇੱਥੇ ਆਪਣਾ ਪਾਰਟਿਸਿਪੇਟ ਕਰ ਰਹੇ ਆ। ਐਂਡ ਯੈਸ, ਮਤਲਬ ਕੋਵਿਡ ਦੇ ਵਿੱਚ ਥੋੜਾ ਜਿਹਾ ਔਖਾ ਲੱਗਦਾ, ਬਟ ਸਟਿਲ ਇਟਸ ਅ ਵੈਰੀ ਰਿਵੋਲੂਸ਼ਨਰੀ ਥਿੰਗ ਟੂ ਹੈਪਨ।
ਅੱਛਾ, ਇਹ ਵੀ ਹੈ ਇੱਕ, ਕਿਉਂਕਿ ਹੁਣ ਜਦੋਂ ਉਹ ਤਾਂ ਗੱਲ ਹੋ ਗਈ ਪਰ ਦੁਨੀਆ ਭਰ ਦੇ ਹੋਰ ਕਿਸਾਨ, ਕਿਉਂਕਿ ਇਹ ਤਾਂ ਜਿਹੜੇ ਕਾਨੂੰਨ ਹੁਣ ਇੱਥੇ ਭਾਰਤ 'ਚ ਬਣੇ ਆ ਬਹੁਤ ਸਾਰੇ ਮੁਲਕਾਂ 'ਚ ਪਹਿਲਾਂ ਲਾਗੂ ਹੋ ਚੁੱਕੇ ਆ, ਉੱਥੇ ਵੀ ਜਿਹੜੀ ਛੋਟੀ ਕਿਸਾਨੀ ਆ ਉਹ ਪਹਿਲਾਂ ਉੱਥੇ ਖਤਮ ਹੋ ਚੁੱਕੀ ਆ। ਉਹ ਵੀ ਹੁਣ ਸੋਚਦੇ ਆ ਯਾਰ ਵੀ ਜੋ ਆਹ ਕੰਮ ਹੁਣ ਹੋ ਰਿਹਾ ਸ਼ਾਇਦ ਅਸੀਂ ਵੀ 40 ਸਾਲ ਪਹਿਲਾਂ ਕੀਤਾ ਹੁੰਦਾ। ਬਿਲਕੁਲ ਬਿਲਕੁਲ, ਲੋਕੀ ਮੈਨੂੰ ਕਿਸੇ ਨੇ ਆਰਗੂਮੈਂਟ ਕੀਤਾ ਸੀਗਾ ਕਿ ਵੀ ਯੂਐਸ ਵਿੱਚ ਵੀ ਸੇਮ ਚੀਜ਼ ਹੋ ਚੁੱਕੀ ਹੈ, ਪ੍ਰਾਈਵੇਟਾਈਜੇਸ਼ਨ ਹੋ ਚੁੱਕੀ ਹੋਈ ਹੈ ਹਨਾ ਐਗਰੀਕਲਚਰ ਦੀ। ਬਟ ਆਪਾਂ ਯੂਐਸ ਦਾ ਸਟਰਕਚਰ ਤੇ ਆਪਣਾ ਇੰਡੀਆ ਦਾ ਸਟਰਕਚਰ ਦੇਖੀਏ, ਇੰਡੀਆ ਜਿਹੜੀ ਇਕਨੋਮੀ ਹੈਗੀ ਆ ਉਹ 70 to 80% ਐਗਰੀਕਲਚਰ ਦੇ ਉੱਤੇ ਮਨਸਰ ਆ, ਉੱਤੇ ਡਿਪੈਂਡੈਂਟ ਆ। ਯੂਐਸ ਦੀ ਇਕਨੋਮੀ ਬੜੀ ਪਹਿਲੇ ਇਦਾਂ ਹੋਇਆ ਕਰਦਾ ਸੀਗਾ, ਉਹਨਾਂ ਦੀ ਪੋਪੂਲੇਸ਼ਨ ਇੰਨੀ ਨਹੀਂ ਸੀਗੀ ਔਰ ਇਦਾਂ ਹੋਇਆ ਕਰਦਾ ਸੀਗਾ, ਉਹ ਛੋਟੇ ਕਿਸਾਨ ਪ੍ਰਾਈਵੇਟਾਈਜੇਸ਼ਨ ਨੇ ਸਾਰੇ ਮਾਰਤੇ। ਹੁਣ ਉਹ ਕਹਿੰਦੇ ਕਿ ਉੱਥੇ ਵੀ ਤਾਂ ਹੋਇਆ ਸੀਗਾ, ਉੱਥੋਂ ਕੁਛ ਦੂਰ ਦੇ ਢੋਲ ਸੁਹਾਵਣੇ ਲੱਗਦੇ ਆ, ਪਰ ਅੰਦਰ ਵੜ ਕੇ ਦੇਖੋਗੇ ਉਹਨਾਂ ਦੇ ਵੀ ਕਿਸਾਨੀ ਖਤਮ ਹੋ ਚੁੱਕੀ ਹੋਈ ਹੈ। ਅੱਜ ਸਿਰਫ ਕਾਰਪੋਰੇਟਸ ਘਰਾਣੇ ਜਿਹੜੇ ਉੱਥੋਂ ਦੇ ਯੂਐਸ ਦੇ ਜਿਹੜੇ ਕਾਰਪੋਰੇਸ਼ਨਸ ਹੈਗੀਆਂ ਜਾਂ ਫਿਰ ਵੱਡੇ ਜਿਹੜੇ ਫਾਰਮਰ ਸੀਗੇ, ਸਿਰਫ ਉਹੀ ਸਰਵਾਈਵ ਕਰ ਪਏ, ਜਿਹੜੇ ਵੱਡੇ ਵੱਡੇ ਖੇਤਾਂ ਵਾਲੇ। ਇੰਡੀਆ ਦਾ ਜੀਓਗ੍ਰਾਫੀਕਲ ਏਰੀਆ, ਉਹਦਾ ਸੋਸ਼ੀਓ ਇਕਨੋਮਿਕ ਸਟਰਕਚਰ ਥੋੜਾ ਜਿਹਾ ਡਿਫਰੈਂਟ ਹੈ ਬਾਕੀ ਦੇਸ਼ਾਂ ਨਾਲੋਂ। ਆਪਣਾ ਅਸੀਂ ਬਾਹਰ ਕਿਉਂ ਜਾਣਾ, ਅਸੀਂ ਇੰਡੀਆ ਦੇ ਵਿੱਚ ਬਿਹਾਰ ਦੀ ਹਾਲਤ ਦੇਖ ਲਈਏ। ਬਿਹਾਰ 'ਚ ਵੀ ਉਹਨਾਂ ਨੇ APMC ਖਤਮ ਕੀਤੀ ਸੀਗੀ ਤੇ ਅੱਜ ਉਹਨਾਂ ਦੀ ਹਾਲਤ ਦੇਖੋ ਕੀ ਹੈਗੀ ਆ। ਬਿਹਾਰ ਤੋਂ ਜਿਹੜੇ ਮਜ਼ਦੂਰ ਨੇ ਉਹ ਪੰਜਾਬ ਆਉਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਪੰਜਾਬ 'ਚ ਉਹਨਾਂ ਨੂੰ ਮਜ਼ਦੂਰੀ ਮਿਲ ਜਾਣੀ ਹੈ। ਪੰਜਾਬ ਵਾਲੇ ਕਿਸਾਨ ਮਜ਼ਦੂਰੀ ਨੂੰ ਕਿੱਦਾਂ ਪੇ ਕਰਦੇ ਆ, ਮਜ਼ਦੂਰਾਂ ਨੂੰ ਕਿੱਦਾਂ ਦਿਹਾੜੀ ਪੇ ਕਰਦੇ ਆ, ਕਿਉਂਕਿ ਉਹ ਖੁਦ ਕਮਾ ਪਾਉਂਦੇ ਸੀਗੇ। ਜੇ ਉਹ ਖੁਦ ਹੀ ਨਹੀਂ ਕਮਾ ਪਾਣਗੇ ਤੇ ਸੋਚੋ ਕਿ ਜੇ ਪੰਜਾਬ ਹਰਿਆਣਾ ਜੇ ਇਹਨਾਂ ਦੀ ਇਕਨੋਮੀ ਡਾਊਨ ਹੁੰਦੀ ਹੈ ਐਗਰੀਕਲਚਰ ਦੀ, ਤੇ ਬਾਕੀ ਸਟੇਟਾਂ ਵੀ ਇਫੈਕਟ ਹੋਣਗੀਆਂ, ਯੂਪੀ ਦੀਆਂ, ਬਿਹਾਰ ਦੀਆਂ, ਜਿਨ੍ਹਾਂ ਦੇ ਪ੍ਰਵਾਸੀ ਜਿਹੜੇ ਭਾਰਤੀ, ਆਪਾਂ ਕਹਿੰਦੇ ਪ੍ਰਵਾਸੀ ਨਹੀਂ ਮਤਲਬ ਜਿਹੜੇ ਕਿ ਅੰਦਰੋਂ ਦੀ ਹੀ ਉਹਨਾਂ ਦੇ ਇਮੀਗ੍ਰੈਂਟਸ ਜਾਂਦੇ ਆ, ਤਾਂ ਉਹ ਵੀ ਇਫੈਕਟ ਹੋਣਗੇ ਉੱਥੇ ਮਾਈਗ੍ਰੈਂਟਸ। ਅੱਛਾ, ਇੱਕ ਹੋਰ ਗੱਲ ਵੀ ਹੈ, ਕਿਉਂਕਿ YouTube ਤੇ ਸੋਸ਼ਲ ਮੀਡੀਆ ਤੇ ਬਹੁਤ ਵਧੀਆ ਲੱਗਦਾ ਸੀ ਜਦੋਂ ਆਪਾਂ ਦੇਖਦੇ ਹਾਂ ਕਿ ਸੈਂਕੜੇ ਏਕੜ ਦੇ ਟਾਕੇ ਆ, ਵੱਡੀਆਂ ਵੱਡੀਆਂ ਮਸ਼ੀਨਾਂ ਚੱਲਦੀਆਂ, ਟਰੈਕਟਰ ਇਕੱਠੇ ਚੱਲਦੇ ਆ, ਪਰ ਹੁਣ ਇਹ ਵੀ ਅਸਲੀਅਤ ਸਾਹਮਣੇ ਆ ਗਈ ਕਿ ਉਹ ਛੋਟੀ ਕਿਸਾਨ ਨੂੰ ਮਾਰ ਕੇ ਸਾਹਮਣੇ ਆਏ ਆ। ਬਿਲਕੁਲ ਬਿਲਕੁਲ, ਉਹੀ ਤਾਂ ਗੱਲ ਹੈਗੀ ਆ। ਹੁਣ ਆਪਾਂ ਛੋਟੇ ਸੀ, ਉਹੀ ਮੈਂ ਕਹਿ ਰਿਹਾ, ਦੂਰ ਦੇ ਢੋਲ ਸੁਹਾਵਣੇ ਲੱਗਦੇ ਆ, ਦੇਖਣ ਨੂੰ ਬਹੁਤ ਵਧੀਆ ਲੱਗਦਾ ਕਿ ਹਾਂ ਵੱਡੇ ਵੱਡੇ ਟਰੈਕਟਰ ਚੱਲ, ਸਭ ਕੁਝ ਚੱਲ ਰਿਹਾ। ਪਰ ਇੱਕ ਛੋਟੇ ਕਿਸਾਨ ਨੂੰ ਪੁੱਛ ਕੇ ਦੇਖੋ ਕਿ ਜੇ ਉਹ ਵੱਡਾ ਟਰੈਕਟਰ ਚਲਾ ਵੀ ਰਿਹਾ ਤੇ ਉਹਦੇ ਪਿੱਛੇ ਉਹਦਾ ਕਿੰਨਾ ਕਰਜ਼ਾ, ਉਹਦਾ ਪਿੱਛੇ ਕਿੰਨਾ ਬੋਝ ਹੈਗਾ, ਜਿਹੜਾ ਕਿ ਉਹਦੀ ਆਸ ਹੁੰਦੀ ਹੈ ਕਿ ਜਦੋਂ ਮੇਰੀ ਫਸਲ ਵਿਕੂਗੀ ਤੇ ਮੈਨੂੰ ਸਹੀ ਮੁੱਲ ਪਊਗਾ ਤੇ ਫਿਰ ਜਾ ਕੇ ਮੈਂ ਉਸ ਚੀਜ਼ ਦਾ ਜਿਹੜਾ ਉਹਦਾ ਕਰਜ਼ਾ ਹੈਗਾ ਉਹਦਾ ਦੁਬਾਰਾ ਭਰ ਪਾਊਗਾ। ਜੇ ਉੱਥੇ ਤੱਕ ਨਹੀਂ ਪਹੁੰਚਦਾ ਤਾਂ ਹੀ ਅੱਜ ਕਿੰਨੇ ਸੁਸਾਈਡਸ ਹੋ ਰਹੇ ਆ, ਕਿੰਨੀ ਖੁਦਕੁਸ਼ੀਆਂ ਹੋ ਰਹੀਆਂ। ਬੜੀ ਸ਼ਰਮ ਵਾਲੀ ਗੱਲ ਹੈ ਕਿ ਜੇ ਤੁਸੀਂ ਜੇ ਕੁਐਸਚਨ ਕਰ ਰਹੇ ਕਿ ਤੁਸੀਂ ਪ੍ਰੋਟੈਸਟ ਕਿਉਂ ਕਰ ਰਹੇ ਹੋ, ਉਹਨਾਂ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਬਈ ਕਿਸਾਨ ਖੁਦਕੁਸ਼ੀ ਕਿਉਂ ਕਰ ਰਹੇ ਆ। ਕਿਸੇ ਨੂੰ ਸ਼ੌਂਕ ਤਾਂ ਨਹੀਂ ਹੁੰਦਾ ਖੁਦਕੁਸ਼ੀ ਕਰਨ ਦਾ। ਇਟਸ ਨਾਟ ਅ ਈਜ਼ੀ ਵੇ ਆਊਟ, ਕੋਈ ਸੌਖਾ ਰਸਤਾ ਨਹੀਂ ਹੈਗਾ, ਔਖਾ ਰਸਤਾ ਹੁੰਦਾ। ਬੜੀ ਡਿਪਰੈਸ਼ਨ ਤੇ ਬੜੇ ਸਟ੍ਰੈਸ ਦੇ ਵਿੱਚ ਆ ਕੇ ਕੋਈ ਦਾ ਸਟੈਪ ਲੈਂਦਾ। ਸਰਕਾਰ ਇਨਸਟੈਡ ਬਾਕੀ ਵੀ ਜਿਹੜੇ ਕਿ ਇਸ ਚੀਜ਼ ਦਾ ਵਿਰੋਧ ਵੀ ਕਰ ਰਹੇ ਆ, ਜਿਹੜੇ ਸਪੋਰਟ ਕਰ ਰਹੇ ਆ ਫਾਰਮ ਲਾਜ਼ ਨੂੰ ਤੇ ਪ੍ਰੋਟੈਸਟ ਨੂੰ ਉਹਦਾ ਅਪੋਜ਼ ਕਰ ਰਹੇ ਆ, ਉਹਨਾਂ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਵੀ ਇੰਨੀ ਮਾੜੀ ਹਾਲਤ ਜਿਹੜੀ ਕਿਸਾਨਾਂ ਦੀ ਚੱਲ ਰਹੀ ਸੀਗੀ ਤੇ ਉਹ ਕਹਿੰਦੇ ਕਿ ਇਹ ਕਰਨ ਦੇ ਨਾਲ ਕਿਸਾਨਾਂ ਦੀ ਹਾਲਤ ਬਿਹਤਰ ਹੋਏਗੀ। ਤੇ ਇੱਕ ਵਾਰੀ ਫਿਰ ਸੋਚ ਕੇ ਦੇਖ ਲੈਣ ਕਿ ਜਦੋਂ ਵੀ ਕੈਪੀਟਲਿਜ਼ਮ, ਜਦੋਂ ਵੀ ਕੋਈ ਕਾਰਪੋਰੇਸ਼ਨ, ਕੋਈ ਪ੍ਰਾਈਵੇਟ ਸੈਕਟਰ ਐਂਟਰ ਕਰਦਾ ਇਦਾਂ ਦੀ ਚੀਜ਼ ਦੇ ਵਿੱਚ, ਪ੍ਰਾਈਵੇਟ ਸੈਕਟਰ ਨੂੰ ਹਟਾ ਕੇ ਉਹ ਕਦੀ ਵੀ ਉਹਦੇ ਜਿਹੜੇ ਪ੍ਰਾਈਸਿਸ ਹੁੰਦੇ ਆ ਥੱਲੇ ਨਹੀਂ ਜਾਂਦੇ, ਉਹ ਹਮੇਸ਼ਾ ਉੱਪਰ ਹੀ ਜਾਂਦੇ ਆ। ਤੁਸੀਂ ਟੈਲੀਕਾਮ ਦੇਖ ਲਓ ਇੰਡੀਆ ਦੇ ਵਿੱਚ, ਐਂਡ ਭਾਵੇਂ ਹੋਰ ਵੀ ਕੋਈ ਸੈਕਟਰ ਦੇਖ ਲਓ, ਉਹ ਉੱਪਰ ਹੀ ਜਾਣਗੇ, ਥੱਲੇ ਕਦੀ ਨਹੀਂ ਜਾਣਗੇ। ਬਿਕਾਜ਼ ਗਵਰਨਮੈਂਟ ਇੱਕ ਹੁੰਦੀ ਆ, ਇਟਸ ਫॉर ਦ ਪੀਪਲ ਐਂਡ ਬਾਏ ਦ ਪੀਪਲ। ਜਦੋਂ ਗਵਰਨਮੈਂਟ ਦਾ ਹੀ ਉਹ ਜਿਹੜਾ ਸੈਕਟਰ ਹੈ ਉਸ ਚੀਜ਼ ਤੋਂ ਨਿਕਲ ਗਿਆ ਤੇ ਜੇ ਪਿੱਛੇ ਜਿਹੜਾ ਪ੍ਰਾਈਵੇਟ ਸੈਕਟਰ ਹੈ, ਹੁਣ ਤੁਸੀਂ ਧੰਦਾ ਕਰਦੇ, ਮੈਂ ਧੰਦਾ ਕਰਦਾ, ਮੈਂ ਤਾਂ ਆਪਣਾ ਫਾਇਦਾ ਪਹਿਲੇ ਸੋਚੂੰਗਾ, ਮੈਂ ਕਿਉਂ ਦੇਖੂੰਗਾ ਸਾਹਮਣੇ ਵਾਲਾ ਦਾ ਕੀ ਫਾਇਦਾ ਹੁੰਦਾ। ਜੇ ਤੁਸੀਂ ਪ੍ਰਾਈਵੇਟ ਸੈਕਟਰ ਦੇ ਹੱਥ ਵੀ ਦੇ ਦੋਗੇ ਬਿਨਾਂ ਕਿਸੇ ਲਗਾਮ ਤੋਂ, ਬਿਨਾਂ ਕਿਸੇ ਰੈਗੂਲੇਸ਼ਨ ਤੋਂ, ਤਾਂ ਸੋਚੋ ਕਿ ਉਹਦਾ ਕੀ ਹਾਲਤ ਹੋਏਗੀ। ਅੱਛਾ, ਹੁਣ ਇਹ ਤਾਂ ਹੈ ਹੀ ਆ ਕਿ ਕਾਰਪੋਰੇਟ ਹਮੇਸ਼ਾ ਆਪਣੇ ਫਾਇਦੇ ਤੋਂ ਤਾਂ ਪ੍ਰੋਫਿਟ ਦੇਖਣਾ ਚਾਹੇ, ਲੋਕਾਂ ਦਾ ਤਾਂ ਬਾਅਦ ਦੀ ਗੱਲ ਆ। ਕੀ ਲੱਗਦਾ ਤੁਹਾਨੂੰ ਕਿ ਹੁਣ ਕਿੱਧਰ ਨੂੰ ਜਾ ਰਿਹਾ ਅੰਦੋਲਨ, ਕਿਉਂਕਿ ਹੁਣ ਤਾਂ ਬੰਗਾਲ ਤੱਕ ਜਿਹੜਾ ਵਾ ਅੰਦੋਲਨ ਪਹੁੰਚ ਗਿਆ, ਕਿਸਾਨ ਨੂੰ ਉੱਥੇ ਜਾ ਰਹੇ ਆ, ਕੀ ਉਮੀਦ ਹੈ ਹੋਰ ਅੱਗੇ? ਦੇਖੋ, ਇੱਕ ਗੱਲ ਹੁੰਦੀ ਹੈ ਨਾ, ਇੱਕ ਸਹਿਜਤਾ ਵਾਲੀ ਗੱਲ ਹੁੰਦੀ ਹੈ, ਇੱਕ ਹੌਂਸਲੇ ਵਾਲੀ ਗੱਲ ਹੁੰਦੀ ਹੈ। ਇੰਨਾ ਹੌਂਸਲਾ ਸਾਡੇ ਵਿੱਚ ਤਾਂ ਹੈ ਨਹੀਂ, ਉਹ ਕਿਸਾਨਾਂ ਦੇ ਵਿੱਚ ਹੀ ਹੈ, ਜਿਹੜਾ ਕਿ ਆਪਣੀ ਫਸਲ ਬੀਜ ਕੇ ਉਹ ਵੇਟ ਕਰਦਾ ਕਿ ਕਦੋਂ ਉਹਦੀ ਫਸਲ ਪੱਕੂਗੀ ਤੇ ਉਹ ਵੇਚਣ ਜਾਊਗਾ। ਉਹ ਪੂਰੇ ਹੌਂਸਲੇ ਨਾਲ ਡਟੇ ਹੋਏ ਆ ਇਸ ਟਾਈਮ, ਠੀਕ ਹੈ। ਹੁਣ ਕੋਈ ਮੈਂ ਕਹਿ ਰਿਹਾ ਤੁਣਕੇ ਨਾਲ ਗੁੱਡੀ ਚੜ੍ਹਦੀ ਹੈ, ਬੂੰਦ ਬੂੰਦ ਨਾਲ ਸਾਗਰ ਭਰਦਾ ਹੈ, ਤੇ ਹੌਲੀ ਹੌਲੀ ਨਿੱਕੇ ਪ੍ਰੋਟੈਸਟ ਕਰਕੇ ਹੀ ਇੰਨਾ ਵੱਡਾ ਪ੍ਰੋਟੈਸਟ ਬਣ ਰਿਹਾ। ਪੰਜਾਬ ਤੋਂ ਸ਼ੁਰੂ ਹੋਏ ਸੀਗੇ, ਦਿੱਲੀ ਬਾਰਡਰ ਤੱਕ ਆਏ। ਪਹਿਲੇ ਕਹਿੰਦੇ ਸੀ ਕਿ ਪੰਜਾਬ ਹਰਿਆਣੇ ਦੇ ਹੀ ਹੈਗੇ ਆ, ਫਿਰ ਰਾਜਸਥਾਨ ਰਲਿਆ, ਯੂਪੀ ਰਲਿਆ, ਹੋਰ ਮੱਧ ਪ੍ਰਦੇਸ਼ ਰਲਿਆ, ਮਹਾਰਾਸ਼ਟਰ ਰਲਿਆ, ਕੇਰਲਾ ਰਲਿਆ, ਕਿੰਨੇ ਸਾਰੇ ਹੋਰ ਰਲ ਗਏ। ਹੁਣ ਇਦਾਂ ਹੀ ਹੌਲੀ ਹੌਲੀ ਕਰਕੇ ਜਦੋਂ ਪੂਰਾ ਰੈਵੋਲੂਸ਼ਨ ਤਿਆਰ ਹੋਊਗਾ, ਜਦ ਤਕੜਾ ਹੋਊਗਾ, ਜਿਹੜੇ ਮੋਦੀ ਭਗਤ ਆ ਉਹ ਵੀ ਹੁਣ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਕੀ ਅਸਲੀਅਤ ਹੈਗੀ ਇਸ ਚੀਜ਼ ਦੀ। ਸੋ ਹੌਸਲਾ ਰੱਖਣਾ ਪਊਗਾ ਸਾਨੂੰ, ਇੰਪੇਸ਼ੈਂਟ ਨਹੀਂ ਹੋਣਾ ਚਾਹੀਦਾ, ਥੋੜਾ ਪੇਸ਼ੈਂਸ ਨਾਲ ਕੰਮ ਲਓ, ਸਬਜ਼ ਬਾਗ ਨਾਲ ਕੰਮ ਲਓ, ਤੇ ਫੇਰ ਹੀ ਇਹ ਚੀਜ਼ ਸਿਰੇ ਚੜੂਗੀ। ਇਦਾਂ ਜੇ ਆਪਾਂ ਕਹਿੰਦੇ ਆ ਕਿ ਨਿੱਕੇ ਜਿਹੜੇ ਅਸੀਂ ਮੁਜ਼ਾਹਰੇ ਕਰ ਰਹੇ ਆ, ਫਿਰ ਪ੍ਰੋਟੈਸਟ ਕਰ ਰਹੇ ਆ, ਇਹਨਾਂ ਨਾਲ ਕੀ ਹੋ ਜਾਊਗਾ? ਬਹੁਤ ਫਰਕ ਪੈਂਦਾ, ਇੱਕ ਨਿੱਕੀ ਚੀਜ਼ ਤੋਂ ਬਹੁਤ ਫਰਕ ਪੈਂਦਾ। ਸੋ ਬਸ ਇਸ ਚੀਜ਼ ਤੇ ਧਿਆਨ ਦਿਓ। ਕੀ ਨਾਮ ਹੈ ਜੀ ਤੁਹਾਡਾ? ਬਲਜਿੰਦਰ ਕੌਰ।
ਅੱਛਾ, ਤੁਸੀਂ ਪਰਿਵਾਰ ਸਮੇਤ ਅੱਜ ਇੱਥੇ ਆਏ ਹੋ, ਕੀ ਸੋਚਦੇ ਹੋ, ਕੀ ਮਹਿਸੂਸ ਕਰਦੇ ਹੋ ਜੋ ਇਹ ਸੰਘਰਸ਼ ਇਸ ਵਕਤ ਪੰਜਾਬ 'ਚ, ਭਾਰਤ ਤੇ ਇੱਥੇ ਚੱਲ ਰਿਹਾ? ਅਸੀਂ ਵੀਰ ਜੀ ਐਵਰੀ ਡੇ ਆਪਣੇ 88 ਵਾਲੇ ਇੰਟਰਸੈਕਸ਼ਨ ਦੇ ਉੱਤੇ ਰੋਜ਼ ਅਸੀਂ ਆਈਦਾ ਹੈਗਾ, ਪਰ ਹੁਣ ਪਿਛਲੇ ਥੋੜੇ ਦਿਨ ਅਸੀਂ ਨਹੀਂ ਆ ਸਕੇ ਸੀਗੇ, ਆਈਸੋਲੇਸ਼ਨ ਸੀਗੀ ਹੈ ਨਾ, ਪਰ ਅੱਜ ਫੇਰ ਅਸੀਂ ਵਾਪਸ ਆਏ ਹਾਂ। ਅਸੀਂ ਪਹਿਲੇ ਦਿਨ ਤੋਂ ਹੀ ਆ ਰਹੇ ਹਾਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਦੇ ਹੇਠ, ਕਿ ਜੋ ਇੰਡੀਆ ਦੇ ਵਿੱਚ ਹੋ ਰਿਹਾ ਹੈਗਾ ਕੱਲਾ ਫਾਰਮਰਸ ਦੇ ਨਾਲ ਨਹੀਂ ਹੋ ਰਿਹਾ, ਉਹ ਸਾਰੀ ਜਿੰਨੇ ਵੀ ਪਬਲਿਕ ਇੰਡੀਆ ਦੇ ਵਿੱਚ ਰਹਿੰਦੀ ਆ, ਚਾਹੇ ਉਹਨਾਂ ਦਾ ਕੋਈ ਖਿੱਤਾ ਫਾਰਮਿੰਗ ਹੈਗਾ ਚਾਹੇ ਨਹੀਂ ਹੈਗਾ, ਇੱਕ ਨਾਰਮਲ ਇਨਸਾਨ ਦੀ ਜਿਹੜੀ ਜ਼ਿੰਦਗੀ ਆ ਉਹਦੇ ਉੱਤੇ ਸਾਰਾ ਡਾਕਾ ਵੱਜ ਰਿਹਾ ਹੈਗਾ। ਉਸ ਜ਼ਿੰਦਗੀਆਂ ਨੂੰ ਬਰਬਾਦ ਕਰਨ ਦੀ ਸ਼ੁਰੂਆਤ ਇੰਡੀਆ ਦੀ ਗਵਰਨਮੈਂਟ ਕਰ ਚੁੱਕੀ ਆ। ਸੋ ਫਾਰਮਰਸ ਨੇ ਸਭ ਤੋਂ ਪਹਿਲਾਂ ਉਹਨਾਂ ਦੇ ਖਿਲਾਫ ਆਵਾਜ਼ ਖੜੀ ਕੀਤੀ ਆ ਕਿ ਬੰਦ ਕਰੋ। ਹੌਲੀ ਹੌਲੀ ਜਿਹੜੇ ਬਾਕੀ ਲੋਕ ਸੀਗੇ ਸਾਰੇ ਇੰਡੀਆ ਦੇ, ਉਹਨਾਂ ਨੂੰ ਹੋਸ਼ ਆਉਣ ਲੱਗੀ ਕਿ ਇੱਕ ਤੋਂ ਬਾਅਦ ਇੱਕ ਫਾਰਮਿੰਗ ਤੋਂ ਬਾਅਦ ਬੈਂਕਿੰਗ ਆ ਗਈਆਂ, ਜੌਬਾਂ ਆ ਗਈਆਂ, ਬੱਚਿਆਂ ਦੇ ਸਕੂਲ ਹੋ ਗਏ, ਸਾਰੇ 에ਅਰਪੋਰਟ, ਰੇਲਵੇ ਸਟੇਸ਼ਨਸ ਐਂਡ ਜਿਹੜਾ ਆਪਣੀਆਂ ਮਾਰਕੀਟ ਹੈਗੀਆਂ, ਮੰਡੀਆਂ ਹੈਗੀਆਂ ਜਿੱਥੇ ਜਾ ਕੇ ਕਿਸਾਨ ਫਸਲਾਂ ਵੇਚਦੇ ਆ, ਉਹਨਾਂ ਦੇ ਉੱਤੇ ਕਬਜ਼ਾ ਸਾਰੇ ਕਾਸੇ ਦੇ ਉੱਤੇ। ਇਹ ਦਿਖਾਉਂਦਾ ਹੈਗਾ ਕਿ ਜਿਹੜੀ ਇੰਡੀਆ ਦੀ ਸਰਕਾਰ ਆ ਉਹ ਇਹ ਕਹੇਗੀ ਅਸੀਂ ਫੇਲ ਆ ਤੇ ਅਸੀਂ ਕੁਝ ਨਹੀਂ ਕਰ ਸਕਦੇ, ਵੀ ਕੋਈ ਬਾਹਰਲਾ ਹੀ ਆ ਕੇ ਪ੍ਰਾਈਵੇਟ ਕੰਪਨੀ ਆ ਕੇ ਕੰਟਰੀ ਨੂੰ ਚਲਾ ਲਵੇ। ਉਹਨਾਂ ਨੂੰ ਚਾਹੀਦਾ ਸੀਗਾ ਕਿ ਜੇ ਉਹ ਨਹੀਂ ਚਲਾ ਸਕਦੇ ਉਹ ਆਪਣੀ ਆਪੋਜੀਸ਼ਨ ਵਾਲੀ ਪਾਰਟੀ ਨੂੰ ਕਹਿ ਦਿੰਦੇ ਭਾਈ ਸਾਡੇ ਹੱਥ ਖੜੇ ਆ, ਅਸੀਂ ਹੈ ਨਹੀਂ ਇਸ ਜੋਗੇ, ਸਾਨੂੰ ਲੋਕਾਂ ਨੇ ਬਣਾ ਦਿੱਤਾ ਸਰਕਾਰ ਪਰ ਅਸੀਂ ਨਿਕੰਮੀ ਸਰਕਾਰ ਆ, ਹੁਣ ਤੁਸੀਂ ਮੁਲਕ ਸਾਂਭ ਲਓ। ਕਿਸਾਨਾਂ ਨੂੰ ਕਹਿ ਦਿੰਦੀ, ਆਈ ਥਿੰਕ ਕਿਸਾਨਾਂ ਨੇ ਬੜਾ ਸੋਹਣਾ ਸਾਂਭ ਲੈਣਾ ਸੀ। ਅਸੀਂ ਕਿਸਾਨਾਂ ਦੇ, ਮਜ਼ਦੂਰਾਂ ਦੇ, ਇੱਕ ਨਾਰਮਲ ਆਵਾਮ ਦੇ ਹੱਕਾਂ ਵਾਸਤੇ ਅਸੀਂ ਇੱਥੇ ਖੜਦੇ ਆ ਕੇ ਅੱਜ ਵੀ ਆਏ ਹੈਗੇ ਆ। ਸਾਨੂੰ ਹਮਦਰਦੀ ਆ ਇੰਡੀਆ ਦੇ ਲੋਕਾਂ ਦੇ ਨਾਲ, ਫਾਰਮਰਾਂ ਦੇ ਨਾਲ, ਕਿ ਜਿਹੜੇ ਉਹਨਾਂ ਦੇ ਹੱਕ ਆ ਦਿੱਤੇ ਜਾਣ। ਤੇ ਜਿਹੜੀ ਇੰਡੀਆ ਦੀ ਗਵਰਨਮੈਂਟ ਹੈਗੀ ਆ BJP, ਉਹਨੂੰ ਇਹ ਤਿੰਨੇ ਕਾਨੂੰਨ ਬੰਦ ਕਰਨੇ ਚਾਹੀਦੇ ਆ। ਤਿੰਨਾਂ ਕਾਨੂੰਨਾਂ ਦੇ ਨਾਲ ਨਾਲ ਜਿਹੜੇ ਹੋਰ ਵੀ ਉਹ ਜਾਤੀਆਂ ਕਰ ਰਹੀ ਆ ਉਹ ਵੀ ਬੰਦ ਕਰਨੀਆਂ ਚਾਹੀਦੀਆਂ। ਸਾਡੇ ਕਿੰਨੇ ਨੌਜਵਾਨ ਉਹਨਾਂ ਨੇ ਜੇਲ੍ਹਾਂ 'ਚ ਡੱਕ ਦਿੱਤੇ ਆ, ਹੈ ਨਾ, ਜੋ 26 ਜਨਵਰੀ ਤੋਂ ਪਹਿਲਾਂ ਤੋਂ ਲੈ ਕੇ ਵੀ ਬਾਕੀਆਂ ਸਟੇਟਾਂ ਦੇ ਵਿੱਚ ਵੀ ਬਹੁਤ ਉਹ ਤੰਗ ਕਰ ਰਹੀ ਆ ਲੋਕਾਂ ਨੂੰ, ਘਰਾਂ 'ਚ ਜਾ ਕੇ ਵੀ ਤੰਗ ਕਰ ਰਹੀ ਆ, ਰੇਡਾਂ ਪਾ ਰਹੀ ਆ ਲੋਕਾਂ ਦੇ ਉੱਤੇ। ਜੇ ਕੋਈ ਕਿਸਾਨਾਂ ਦੇ, ਮਜ਼ਦੂਰਾਂ ਦੇ ਹੱਕਾਂ 'ਚ ਬੋਲਦਾ ਜਾ ਕੇ ਉਹਨਾਂ ਦੇ ਉੱਤੇ ਕੇਸ ਪਾ ਦਿੰਦੀ ਆ। ਜੇ ਕੋਈ ਆਪਣਾ ਕੋਈ ਸਿੰਗਰ ਆਉਂਦਾ ਹੈਗਾ ਜਾਂ ਕੋਈ ਮੀਡੀਆ ਦੇ ਵਿੱਚੋਂ ਬੋਲਦਾ ਹੈਗਾ ਉਹਨਾਂ ਦੇ ਖਿਲਾਫ ਵੀ ਉਹ ਕੇਸ ਪਾ ਦਿੰਦੀ ਆ। ਇਹ ਗਲਤ ਆ, ਇਹ ਸ਼ੋਅ ਕਰਦੀ ਹੈਗੀ ਆ ਕਿ ਸਰਕਾਰ ਫੇਲੀਅਰ ਆ, ਉਹ ਤਾਨਾਸ਼ਾਹੀ ਕਰਨਾ ਚਾਹੁੰਦੀ ਆ। ਅਸੀਂ ਵੀ ਉਸ ਤਾਨਾਸ਼ਾਹੀ ਨੂੰ ਰੋਕਣ ਵਾਸਤੇ ਲੋਕਾਂ ਦੇ ਨਾਲ ਖੜਦੇ ਆ। ਅੱਛਾ, ਇੱਕ ਹੋਰ ਵੀ ਗੱਲ ਹੈ ਜੀ ਇੱਥੇ ਆਪਾਂ, ਕਿਉਂਕਿ ਉੱਥੇ ਵੀ ਹੁਣ ਤੱਕ ਅੰਦੋਲਨ ਦੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਚੀਵਮੈਂਟਸ ਆ ਗਿਣੀਆਂ ਜਾ ਰਹੀਆਂ, ਇੱਥੇ ਹੁਣ ਤੁਹਾਡੇ ਨਾਲ ਬੱਚੇ ਖੜੇ ਆ, ਹੁਣ ਤੁਹਾਨੂੰ ਲੱਗਦਾ ਕਿ ਇਹ ਵੀ ਚੰਗਾ ਹੋਇਆ ਕਿ ਜਦੋਂ ਇਹ ਵੇਵ ਚੱਲਦੀ ਆ ਇੱਥੋਂ ਦੇ ਬੱਚੇ ਬਹੁਤ ਜ਼ਿਆਦਾ ਇਨਵੋਲਵ ਹੋ ਰਹੇ ਆ, ਸੋ ਜੁੜੇ ਆ ਜਾ ਕੇ ਆਪਣੀ ਧਰਤੀ ਨਾਲ। ਹਾਂਜੀ, ਲੋਕਾਂ ਨੂੰ, ਜਿਹੜੇ ਬੱਚਿਆਂ ਨੂੰ ਨਹੀਂ ਪਤਾ ਲੱਗਣਾ ਸੀਗਾ ਕਿ ਸਾਡਾ ਪਿਛੋਕੜ ਕੀ ਆ, ਜਿਨ੍ਹਾਂ ਦਾ ਇੰਟਰਸਟ ਘਟ ਰਿਹਾ ਸੀ ਇੰਡੀਆ ਜਾਣ ਵਾਸਤੇ, ਆਪਣੀਆਂ ਪਿਛੋਕੜ ਨੂੰ ਜਾਣਨ ਵਾਸਤੇ, ਉਹਨਾਂ ਬੱਚਿਆਂ ਨੂੰ ਵੀ ਜਾਗਰਤੀ ਆ ਰਹੀ ਆ। ਜਿਨ੍ਹਾਂ ਬੱਚਿਆਂ ਨੂੰ ਕਦੀ ਉਹਨਾਂ ਦੇ ਪੇਰੈਂਟਸ ਨੇ, ਜਿਨ੍ਹਾਂ ਦੀਆਂ 3-3 4-4 5-5 ਜਨਰੇਸ਼ਨਾਂ ਹੋ ਗਈਆਂ ਇੱਥੇ ਆ ਕੇ, ਜਿਨ੍ਹਾਂ ਨੂੰ ਬਾਲਾ ਨਹੀਂ ਵੀ ਪਤਾ ਸੀ, ਉਹ ਬੱਚੇ ਵੀ ਅੱਜ ਪੁੱਛ ਰਹੇ ਹੈਗੇ ਆ ਕਿ ਇਹ ਹੈਗਾ ਕੀ ਆ। ਜਦੋਂ ਕਿਤੇ ਸਪੀਚ ਹੁੰਦੀ ਆ ਤੇ ਕਹਿੰਦੇ ਆ ਸਰਕਾਰਾਂ, ਬੱਚੇ ਇੱਥੋਂ ਤੱਕ ਵੀ ਪੁੱਛਦੇ ਆ ਕਿ ਇਹ ਸਰਕਾਰ ਕੀ ਆ, ਮੇਲ ਆ ਕਿ ਫੀਮੇਲ ਆ। ਬੱਚੇ ਇਹ ਵੀ ਪੁੱਛਦੇ ਆ ਕਿ ਇਹ ਸਰਕਾਰ ਹੈਗੀ ਕੀ ਆ। ਅਸੀਂ ਦੱਸਦੇ ਆ ਕਿ ਉਹ ਗਵਰਨਮੈਂਟ ਆ। ਸੋ ਗਵਰਨਮੈਂਟ ਨੂੰ ਆਪਾਂ ਕਹਿ ਦਿੰਦੇ ਆ ਕਿ ਉਹ ਸਰਕਾਰ ਆ। ਬੱਚਿਆਂ ਦਾ ਇੰਟਰਸਟ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ ਤੇ ਬੱਚੇ ਉਸ ਪੇਨ ਨੂੰ ਫੀਲ ਕਰਦੇ ਆ। ਜਿਹੜਾ ਇੰਡੀਆ ਦੇ ਵਿੱਚ ਇੱਕ ਸੋਗ ਦੀ ਲਹਿਰ ਚੱਲੀ ਹੋਈ ਆ, ਇੰਡੀਆ ਦੇ ਨਾਲ ਨਾਲ ਬਾਹਰ ਜਿੰਨੇ ਵੀ ਉਹਨਾਂ ਦੇ ਨਾਲ ਕਨੈਕਟਡ ਲੋਕ ਦੂਜਿਆਂ ਮੁਲਕਾਂ 'ਚ ਵਸੇ ਆ, ਚਾਹੇ ਉਹ ਬੱਚਾ ਹੈਗਾ ਤੇ ਚਾਹੇ ਉਹ ਬਜ਼ੁਰਗ ਆ, ਹਰ ਇੱਕ ਇਨਸਾਨ ਸੋਗ ਦੇ ਵਿੱਚ ਆ ਕਿ ਇਹ ਗਲਤ ਹੋ ਰਿਹਾ ਜੋ ਇੰਡੀਆ ਦੇ ਵਿੱਚ ਹੋ ਰਿਹਾ। ਸਿਆਲ ਵੀ ਲੰਘ ਗਿਆ, ਹਨੇਰੀਆਂ ਆ ਗਈਆਂ, ਬਹੁਤ ਕੁਛ ਸਿਆ ਸਾਡੀਆਂ ਬਜ਼ੁਰਗਾਂ ਨੇ ਉੱਥੇ ਬੈਠਿਆਂ ਨੇ, ਸਾਡੇ ਯੂਥ ਨੇ ਉੱਥੇ ਬੈਠਿਆਂ ਨੇ, ਭੈਣਾਂ ਨੇ ਉੱਥੇ ਬੈਠੀਆਂ ਨੇ। ਮੈਂ ਉਹਨਾਂ ਨੂੰ ਸਲਾਮ ਕਰਦੀ ਹਾਂ, ਕੋਟਾਨ ਕੋਟ ਉਹਨਾਂ ਦਾ ਸ਼ੁਕਰ ਕਰਦੀ ਹਾਂ ਕਿ ਉਹ ਬਹੁਤ ਹਿੰਮਤੀ ਆ ਜਿਨ੍ਹਾਂ ਨੇ ਹਾਲੇ ਤੱਕ ਆਪਣਾ ਸਬਰ ਨਹੀਂ ਛੱਡਿਆ। ਧੰਨਵਾਦ ਜੀ। ਗੱਲ ਥੈਂਕ ਯੂ ਵੀਰ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਜਦੋਂ ਹੁੰਦਾ ਹੈਗਾ ਤੁਸੀਂ ਆਉਂਦੇ ਹੈਗੇ ਆ, ਕਵਰ ਕਰਦੇ ਆ। ਮੀਡੀਆ ਦੀ ਪਾਵਰ ਬਹੁਤ ਵੱਡੀ ਆ ਕਿ ਮੀਡੀਆ ਸਾਡੀ ਆਵਾਜ਼ ਨੂੰ ਅੱਗੇ ਲੈ ਕੇ ਜਾ ਰਿਹਾ। ਇਹ ਸਾਡਾ ਮੀਡੀਆ ਹੀ ਆ ਜਿਹੜਾ ਲੈ ਕੇ ਜਾ ਰਿਹਾ ਹੈਗਾ। ਜਿਹੜਾ ਇੰਡੀਆ ਦੀ BJP ਗਵਰਨਮੈਂਟ ਦਾ ਮੀਡੀਆ ਹੈਗਾ ਉਹ ਇਸ ਗੱਲ ਨੂੰ ਬੁਲੰਦ ਨਹੀਂ ਕਰ ਰਿਹਾ। ਉਹ ਤਾਂ ਕਹਿ ਰਿਹਾ ਆ ਕਿ ਨਹੀਂ ਫਾਰਮਰ ਇਹ ਤੇ ਨਕਲੀ ਆ, ਪਰ ਉੱਥੇ ਜਾ ਕੇ ਪਤਾ ਲੱਗਦਾ ਕਿ ਅਸਲੀ ਨਕਲੀ ਕੀ ਆ, ਸਰਕਾਰ ਨਕਲੀ ਆ ਕਿ ਫਾਰਮਰ ਨਕਲੀ ਆ। ਸਭ ਤੋਂ ਪਹਿਲਾਂ ਤਾਂ ਜਿੱਦਾਂ ਅੱਜ ਇੱਕ ਹੁਣ ਵੱਖਰੀ ਇਹ ਮੁਹਿੰਮ ਚੱਲੀ ਆ, ਖਾਲੀ ਜੁੱਤੀਆਂ ਆਪਾਂ ਰੱਖਦੇ ਆ ਜਿੱਥੇ ਸਿਟੀ ਹਾਲ ਜਾਂਦੇ ਆ, ਸੋ ਇਹਦਾ ਕੀ ਮਹੱਤਵ ਹੈ? ਖਾਲੀ ਜੁੱਤੀਆਂ ਆਏ ਵੀ 200 ਹਜੇ ਰੱਖੀਆਂ ਜਿਹੜੇ ਆਪਣੇ ਕਿਸਾਨ ਪੂਰੇ ਹੋ ਗਏ ਜੀ, ਪਰ ਹੁਣ ਉਦੋਂ ਤਾਂ ਵਧੇ ਹੋਏ ਆ ਜੀ।
ਉਦੋਂ 200 ਦਾ ਮਕਸਦ ਸੀਗਾ, ਪਰ 200 ਹਜੇ ਤੱਕ ਵੀ ਚੱਲਦਾ। ਤੇ ਬਾਕੀ ਹੁਣ ਜਿਹੜੇ ਜੇਲ੍ਹਾਂ ਦੇ ਵਿੱਚ ਵੀ ਆ ਉਹਨਾਂ ਦੀ ਯਾਦਗਾਰ ਦੇ ਵਿੱਚ ਵੀ ਆਪਾਂ ਹੁਣ ਰੈਲੀਆਂ ਹੋਣਗੀਆਂ ਵੀਰੇ। ਤੇ ਬਾਕੀ ਜਿਹੜੀ ਅੱਜ ਦੀ ਮੋਸਟਲੀ ਹੈਗੀ ਆ ਜਿਹੜੇ 200 ਪੂਰੇ ਹੋਏ ਆ। ਤੇ ਬਾਕੀ ਵੀ ਜਿਹੜੇ ਆਪਣੀ ਸੜਕਾਂ ਦੇ ਉੱਤੇ ਹੱਕ ਮੰਗ ਰਹੇ ਆ, ਕਿੰਨੇ ਦਿਨ ਹੋ ਗਏ ਵੀਰੇ? 100 ਦਿਨ ਤੋਂ ਉੱਤੇ ਹੋ ਗਏ, ਹਾਂਜੀ ਦੇਖ ਲੈ। ਤੇ ਬਾਕੀ ਹੁਣ ਸਰੀ ਦੇ ਵਿੱਚ ਅੱਜ ਆ ਤੇ ਆਲ ਅਰਾਊਂਡ ਲੋਅਰ ਮੇਨਲੈਂਡ ਹੋਰ ਵੀ ਨਿਕਲਣਗੀਆਂ ਵੀਰੇ। ਅੱਛਾ, ਇੱਕ ਇਹ ਵੀ ਆ, ਜੇ ਹੁਣ ਉੱਥੇ 100 ਦਿਨ ਤੋਂ ਉੱਤੇ ਹੋ ਗਿਆ ਤਾਂ ਕੈਨੇਡਾ 'ਚ ਵੀ 100 ਦਿਨ ਤੋਂ ਉੱਪਰ ਹੋ ਹੀ ਚੱਲੇ ਆ, ਕਿਉਂਕਿ ਇੱਥੋਂ ਵੀ ਲਗਾਤਾਰ ਹੋ ਰਹੇ ਆ। ਸੋ ਇੰਨੇ ਇੱਥੇ ਤਾਂ ਕਿਉਂਕਿ ਲੋਕ ਕੰਮਾਂ ਤੇ ਵੀ ਜਾਂਦੇ ਆ, ਫਿਰ ਇੱਥੇ ਆ ਵੀ ਕਰਦੇ। ਇਹ ਕਿੱਦਾਂ ਮੇਨਟੇਨ ਕਰਕੇ ਰੱਖਿਆ ਹੋਇਆ? ਇੱਥੇ ਵੀ 100 ਦਿਨ ਤੋਂ ਉੱਪਰ ਹੋ ਗਏ। ਹਾਂਜੀ ਵੀਰੇ 72 ਦੇ ਸਕਾਟ ਰੋਡ ਤੇ 105-6 ਦਿਨ ਹੋ ਗਏ ਅੱਜ ਲਗਾਤਾਰ 6 ਤੋਂ 9 ਜਿਹੜੇ ਹੋ ਰਹੇ ਆ। ਜੋ ਜਿੱਥੇ ਵੀ ਟਾਈਮ ਹੈਗਾ, ਭਾਵੇਂ 2 ਘੰਟੇ ਬੰਦਾ ਕੱਢਦਾ, 3 ਘੰਟੇ ਕੱਢਦਾ, ਜਿੰਨਾ ਵੀ ਟਾਈਮ ਹੈਗਾ ਸਾਰਿਆਂ ਦਾ ਫਰਜ਼ ਬਣਦਾ। ਮੈਨੂੰ ਸਮਝ ਲੱਗਦਾ ਵੀ ਸਾਰਿਆਂ ਦਾ ਫਰਜ਼ ਬਣਦਾ ਵੀ ਆਪਾਂ ਜੇ ਪੰਜਾਬ ਨਹੀਂ ਜਾ ਸਕਦੇ, ਦਿੱਲੀ ਨਹੀਂ ਜਾ ਸਕਦੇ, ਉਹ ਇੱਥੇ ਆਪਾਂ ਯੋਗਦਾਨ ਪਾਈਏ। ਤੇ ਇਹ ਹੁਣ ਇਹ ਪੱਕਾ ਹੀ ਆ ਵੀ ਜਿੰਨਾ ਚਿਰ ਉੱਥੇ ਚੱਲਦਾ ਇੱਥੇ ਵੀ ਆਪਾਂ ਚਲਾਈ ਰੱਖਾਂਗੇ। ਹਾਂਜੀ ਵੀਰੇ, ਇਹ ਆਪਣੀ ਪੱਕੀ ਗੱਲ ਆ। ਪਹਿਲੇ ਦਿਨ ਤੋਂ ਮੋਦੀ ਸਰਕਾਰ ਨੂੰ ਕਿਹਾ ਸੀਗਾ ਵੀ ਜਿੰਨਾ ਟਾਈਮ ਬਲੈਕ ਜਿਹੜੇ ਆਪਣੇ ਕਾਲੇ ਕਾਨੂੰਨ ਆ ਉਹ 3 ਬਿੱਲ ਨਹੀਂ ਰੱਦ ਕਰਦੇ, ਉਹਨਾਂ ਟਾਈਮ ਪ੍ਰੋਟੈਸਟ ਇੱਥੇ ਲੋਅਰ ਮੇਨਲੈਂਡ ਦੇ ਵਿੱਚ ਚੱਲੀ ਜਾਣਗੇ। ਅੱਛਾ, ਇੱਕ ਹੋਰ ਗੱਲ ਆ, ਪਹਿਲਾਂ ਜਦੋਂ ਇੰਡੀਆ 'ਚ ਵੀ ਕਾਫੀ ਠੰਡ ਸੀ, ਉਦੋਂ ਸ਼ੁਰੂ ਹੋਇਆ ਸੀ ਸਾਰਾ ਵਿੰਟਰ ਲੰਘ ਗਿਆ, ਉੱਥੇ ਵੀ ਇੱਥੇ ਵੀ ਸਨੋ ਦੇ ਵਿੱਚ ਤੁਸੀਂ ਪ੍ਰੋਟੈਸਟ ਕਰਦੇ ਰਹੇ ਆ। ਹੁਣ ਅੱਗੇ ਗਰਮੀਆਂ ਸ਼ੁਰੂ ਹੋ ਗਈਆਂ, ਸੋ ਕੀ ਲੱਗਦਾ ਕਿ ਉਹ ਲੋਕ ਕਹਿੰਦੇ ਪੱਕੇ ਇਰਾਦੇ ਆ, ਸੋ ਹਲੇ ਇਦਾਂ ਹੀ ਚੱਲਦਾ ਰਹੂਗਾ? ਹੌਸਲੇ ਬੁਲੰਦ ਆ ਜੀ। ਤੇ ਕਿਉਂਕਿ ਹੁਣ ਆਪਣੀ ਮਾਂ ਬੋਲੀ ਦੀ ਵੀ ਗੱਲ ਆ, ਆਪਣੀ ਧਰਤੀ ਦੀ ਵੀ ਗੱਲ ਆ, ਹੈ ਨਾ। ਤੇ ਮਿੱਟੀ ਤੇ ਆ ਗਏ, ਹੁਣ ਆਪਣੀਆਂ ਜ਼ਮੀਨਾਂ ਤੇ ਆ ਗਏ। ਪਰ ਜਿੰਨਾ ਟਾਈਮ ਆਪਣੇ ਜਿਹੜੇ ਕਾਨੂੰਨ ਆ ਰੱਦ ਨਹੀਂ ਹੋ ਰਹੇ, ਤੇ ਮੈਨੂੰ ਲੱਗਦਾ ਸਾਰਿਆਂ ਦੇ ਹੌਸਲੇ ਬੁਲੰਦ ਰਹਿਣਗੇ ਤੇ ਪ੍ਰੋਟੈਸਟ ਜਾਰੀ ਰਹਿਣਗੇ ਜੀ, ਜਿੰਨਾ ਟਾਈਮ ਮੋਦੀ ਸਰਕਾਰ ਨਹੀਂ ਕੋਈ ਡਿਸੀਜਨ ਲੈਂਦੀ ਜੀ। ਸੋ ਇਸ ਤਰੀਕੇ ਨਾਲ ਇਹ ਜਿਹੜੀ ਕੰਪੇਨ ਸ਼ੁਰੂ ਕੀਤੀ ਗਈ ਸੀ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਇਹਨੂੰ ਮਹਾ ਪੰਚਾਇਤਾਂ ਦਾ ਨਾਮ ਵੀ ਦਿੱਤਾ ਗਿਆ ਸੀ। ਉਹ ਅੱਜ ਸਰੀ ਇੱਥੇ ਪਹੁੰਚੀ ਆ। ਸੋ ਇੱਥੇ ਇੱਕ ਹੋਰ ਗਿਲਾ ਜਿਹੜਾ ਜ਼ਾਹਰ ਕੀਤਾ ਗਿਆ, ਕਿਉਂਕਿ ਸਰੀ ਨੂੰ ਦੂਜਾ ਪੰਜਾਬ ਜਿਹੜਾ ਕਿਹਾ ਜਾਂਦਾ, ਕਿਉਂਕਿ ਪੰਜਾਬੀ ਭਾਈਚਾਰਾ ਬਹੁਤ ਵੱਡੀ ਗਿਣਤੀ ਇੱਥੇ ਵਸਦਾ। ਵੱਖ-ਵੱਖ ਜਿਹੜੇ ਸਿਟੀ ਹਾਲ ਹੈ, ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਜਿਹੜੇ ਮੇਅਰ ਆ ਜਾਂ ਉੱਥੇ ਦੀਆਂ ਕੌਂਸਲਾਂ ਆ, ਉਹਨਾਂ ਵੱਲੋਂ ਮਤੇ ਪਾਏ ਜਾ ਰਹੇ ਆ, ਪਰ ਸਰੀ 'ਚ ਹਲੇ ਇਸ ਤਰੀਕੇ ਦਾ ਜਿਹੜਾ ਮਤਾ ਨਹੀਂ ਪਿਆ। ਸੋ ਇੱਥੇ ਇਹ ਵੀ ਇੱਕ ਮੰਗ ਉੱਠੀ ਆ ਕਿ ਜਿਹੜਾ ਸਰੀ ਦੀ ਸਿਟੀ ਦੀ ਕੌਂਸਲ ਆ, ਉਹਦੇ ਵੱਲੋਂ ਵੀ ਇੱਕ ਮਤਾ ਪਾਇਆ ਜਾਵੇ ਇਸ ਅੰਦੋਲਨ ਦੇ ਹੱਕ ਵਿੱਚ। ਜਿਹੜੇ ਕਿਸਾਨ ਉੱਥੇ ਆਪਣੀ ਜਾਨ ਵਾਰ ਗਏ ਆ, ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਵੇ। ਖਾਸ ਕਰਕੇ ਅੰਟਾਰੀਓ ਦੀ ਵਿਧਾਨ ਸਭਾ ਵਿੱਚ ਉੱਥੇ ਇੱਕ ਮੌਨ ਵਰਤ ਰੱਖਿਆ ਗਿਆ ਸੀ, ਸ਼ਰਧਾਂਜਲੀ ਦਿੱਤੀ ਗਈ ਸੀ। ਇੱਦਾਂ ਦੀਆਂ ਮੰਗਾਂ ਵੀ ਨਹੀਂ ਰੱਖੀਆਂ ਗਈਆਂ ਨੇ। ਨਾਲ ਦੀ ਨਾਲ ਜਿਹੜਾ ਇਹ ਸਰੀ ਤੋਂ ਅੱਗੇ ਪੜਾ ਜਿਹੜਾ ਹੋਰ ਸ਼ਹਿਰਾਂ ਤੱਕ ਜਾਵੇਗਾ, ਸੋ ਉਹਨਾਂ ਦੀ ਕਵਰੇਜ ਜਿਹੜੀ ਕਰਕੇ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ। ਸੋ ਹੋਰ ਖਬਰਾਂ ਤੇ ਜਾਣਕਾਰੀ ਲਈ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।